मोटरसाइकिल चलाना एंड अ वुमन राइडर और अपनी पंजाबी कम्यूनिटी दी बैकग्राउंड, हाउ हैज़ द एक्सपीरियंस बिन सो फार? कुड़ियां नूं इदां देखिया जाए ओ हाँ कुड़ी चलाई, पता नहीं किहड़ी गल्लों हाँ हाय हुंदी सी। मेरी भी फ्रेंड चलाउंदी सी, हुण भी मेरी फ्रेंड्स उत्थे हैगियां, बहुत वधिया राइड करदियां। ਜਦੋਂ ਵੀ ਉਹਨਾਂ ਦੇ ਘਰ ਆ ਕੇ ਬਾਈਕ ਖੜਾ ਕਰਨਾ, ਮੈਨੂੰ ਹੋਣਾ ਕਿ ਮੈਂ ਚੱਕਾ ਤੇ ਮੈਂ ਭੱਜ ਜਾਵਾਂ। ਅੱਛਾ, ਸੋ ਦੈਟਸ ਹਾਊ ਆਈ ਯੂਜ਼ਡ ਟੂ ਡੂ ਇਟ। ਤੁਹਾਨੂੰ ਉੱਥੇ ਝਾਕਾ ਸੀਗਾ ਜਾਂ ਕਿਸੇ ਨੇ ਕਿਹਾ ਸੀਗਾ ਕਿਤੇ ਇੰਡੀਆ ਪੰਜਾਬ ਦੇ ਵਿੱਚ ਕਿ ਲੈ ਕੁੜੀ ਮੋਟਰਸਾਈਕਲ ਚਲਾਉਂਦੀ ਚੰਗੀ ਲੱਗੂਗੀ? ਉਹਨਾਂ ਨੇ ਇੱਕੋ ਹੀ ਗੱਲ ਕਹੀ ਸੀ, ਬੇਟਾ ਤੁਸੀਂ ਕੁਝ ਵੀ ਕਰ ਸਕਦੇ ਹੋ, ਸਕੂਟਰ ਲੈ ਜਾਓ, ਬਾਈਕ ਲੈ ਜਾਓ, ਕੋਈ ਪ੍ਰੋਬਲਮ ਨਹੀਂ, ਬਟ ਮੇਰੀ ਕਦੇ ਚਿੱਟੀ ਪੱਗ ਨੂੰ ਦਾਗ ਨਹੀਂ ਲਾਉਣਾ। ਤੁਸੀਂ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਚਲਾਉਣ ਬਾਰੇ ਕਿਹੋ ਜਿਹਾ ਫੀਲ ਕਰਦੇ ਹੋ? ਉਹਨਾਂ ਨੂੰ ਸਿਖਾਓਗੇ ਜਾਂ ਚਲਾਉਣ ਦਿਓਗੇ? ਦਿਸ ਹੈਪਨ ਵਿਦ ਮਾਈ ਵਨ ਆਫ ਫਰੈਂਡ। ਉਹ ਬਾਈਕ ਚਲਾ ਰਿਹਾ ਹੈ, ਉਸੇ ਲਾਈਨ ਦੇ ਵਿੱਚ ਆ ਕੇ ਆਪਣੀ ਪੰਜਾਬੀ ਲੇਡੀ ਨੇ ਕਾਰ ਖੜੀ ਕੀਤੀ ਆ ਉਹਦੇ ਬਰਾਬਰ ਬਾਈਕ ਦੇ ਸੇਮ ਲਾਈਨ ਦੇ ਵਿੱਚ। ਕਈ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਬਾਈਕ ਹੈਵ ਅ ਫੁੱਲ ਏਰੀਆ ਐਜ਼ ਲਾਈਕ ਅ ਕਾਰ ਹੈਵ ਇਟ, ਔਰ ਤੁਸੀਂ ਉਹਦੇ ਨਾਲ ਸ਼ੇਅਰ ਨਹੀਂ ਕਰ ਸਕਦੇ। ਬਿਲਕੁਲ ਬਿਲਕੁਲ। ਦੇ ਵਿਲ ਨਾਟ ਕੇਅਰ, ਕਿਡਸ ਵਿਲ ਨਾਟ ਕੇਅਰ। ਉਹਨਾਂ ਨੂੰ ਲੱਗੇਗਾ ਲੈ ਵੀ ਸਾਡੇ ਵਰਗਾ ਤੇ ਕੋਈ ਹੈ ਹੀ ਨਹੀਂ ਹੈ। ਸੋ ਸਪੀਡਿੰਗ ਐਂਡ ਥ੍ਰਿਲ ਦੇ ਕੈਨੋਟ ਗੋ ਟੁਗੇਦਰ। ਸਪੀਡਿੰਗ ਐਂਡ ਥ੍ਰਿਲ ਮੀਨਸ ਯੂ ਆਰ ਕਿਲਿੰਗ ਯੋਰਸੈਲਫ। ਇਸ ਸਾਲ ਅਸੀਂ all women riders ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨ ਜਾ ਰਹੇ ਹਾਂ ਐਂਡ ਆਈ ਐਮ ਜੋਇਨਡ ਬਾਈ ਟੂ very talented, skilled and beautiful ladies। ਮੇਰੇ ਨਾਲ ਇਸ ਵੇਲੇ ਰੂਬੀ ਸੂਰੀ ਸ਼ਾਮਲ ਨੇ ਜਿਹੜੇ ਕਿ ਸਿੱਖ ਮੋਟਰਸਾਈਕਲ ਰਾਈਡਰਸ ਤੋਂ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ। ਉਹ ਵੈਸੇ ਲਰਨ ਟੂ ਡਰਾਈਵਿੰਗ ਸਕੂਲ ਵੀ ਚਲਾਉਂਦੇ ਨੇ। ਰੂਬੀ ਤੁਹਾਡਾ ਸਵਾਗਤ, ਵੈਲਕਮ। ਥੈਂਕ ਯੂ ਸੋ ਮਚ ਗੁਰਪ੍ਰੀਤ ਫॉर ਹੈਵਿੰਗ ਮੀ ਹੇਅਰ। ਸਾਰੇ ਰੈਡ ਐਫਐਮ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਨਾਲ ਹੀ ਸਾਡੇ ਅੱਜ ਮਹਿਮਾਨ ਨੇ ਪਰਮਿੰਦਰ ਵੜੈਚ ਜਿਹੜੇ ਕਿ ਪੰਜ ਆਪ ਰਾਈਡਰਸ ਤੋਂ ਨੇ। ਇਹ ਆਪ ਵੈਸੇ ਸਟ੍ਰੈਂਡਸ ਹੇਅਰ ਬੋਡੀ ਲੇਜ਼ਰ ਆਪਣਾ ਬਿਜ਼ਨਸ ਚਲਾਉਂਦੇ ਨੇ। ਪਰਮਿੰਦਰ ਤੁਹਾਡਾ ਬਹੁਤ ਬਹੁਤ ਸਵਾਗਤ। ਥੈਂਕ ਯੂ ਗੁਰਪ੍ਰੀਤ, ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ ਇੱਥੇ ਸਾਨੂੰ ਬੁਲਾਉਣ ਲਈ, ਤੇ ਸਾਰੇ ਸਰੋਤਿਆਂ ਦਾ ਸੁਣਨ ਵਾਲਿਆਂ ਦਾ ਬਹੁਤ ਬਹੁਤ ਥੈਂਕ ਯੂ ਜੀ। ਸੋ ਫਸਟ ਆਫ ਆਲ ਕੰਗ੍ਰੈਚੁਲੇਸ਼ਨਸ, ਮੈਨੂੰ ਤੁਹਾਡੇ ਤੇ ਬਹੁਤ ਮਾਣ ਹੈ, ਸਾਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਤੁਹਾਡੇ ਨਾਲ ਗੱਲਬਾਤ ਕਰਨ ਲਈ। ਸੋ ਪਰਮਿੰਦਰ। ਹਾਂਜੀ, ਪਹਿਲਾਂ ਤਾਂ ਥੋੜ੍ਹੇ ਜਿਹੇ ਨਰਵਸ ਹੈ ਬਿਕੋਜ਼ ਇਟਸ ਦ ਫਸਟ ਟਾਈਮ ਟੂ ਬੀ ਬੀਇੰਗ ਹੇਅਰ ਜੀ। ਜੇ ਕੋਈ ਗਲਤੀ ਹੋ ਗਈ ਤਾਂ ਪਹਿਲਾਂ ਹੀ ਮਾਫ ਕਰ ਦਿਓ, ਬਾਕੀ ਆਪਾਂ ਗੱਲਬਾਤ ਦੇ ਵਿੱਚ ਹੀ ਰੱਖਾਂਗੇ ਸਾਰਾ ਕੁਝ ਜੀ। ਰੂਬੀ। ਹਾਂਜੀ, again thank you for having us. It's like a proud moment for us ki we are at a Red FM stage and we are presenting our group, my club motorcycle Sikh Riders Club ਨੂੰ ਮੈਂ represent ਕਰ ਰਹੀ ਹਾਂ। so I'm feeling very proud to be here ਜੀ। ਅਸੀਂ ਸਾਰੇ ਵੀਰਾਂ ਨੂੰ ਵੀ ਯਾਦ ਕਰ ਰਹੇ ਹਾਂ, ਜਿਹੜੇ ਜਿਹੜੇ ਸੁਣ ਰਹੇ ਆ। ਮੈਂ ਦੱਸਦੇ ਹਾਂ ਤੁਹਾਨੂੰ ਅਸੀਂ ਮਿਸ ਕਰਦੇ ਪਏ ਹਾਂ, ਪਰ ਐਤਕੀ ਦਾ ਰੋਸ਼ਨੀ ਅਸੀਂ ਕੁਝ ਐਕਸਕਲੂਸਿਵ ਰੱਖਣਾ ਚਾਹੁੰਦੇ ਸੀ। ਅਸੀਂ ਇਹ ਤੋਂ ਸ਼ੁਰੂਆਤ ਕਰੀਏ ਕਿ ਰੂਬੀ ਮੋਟਰਸਾਈਕਲ ਚਲਾਉਣਾ ਐਂਡ ਅ ਵੂਮਨ ਰਾਈਡਰ ਔਰ ਆਪਣੀ ਪੰਜਾਬੀ ਕਮਿਊਨਿਟੀ ਦੀ ਬੈਕਗਰਾਊਂਡ, ਹਾਊ ਹੈਜ਼ ਦ ਐਕਸਪੀਰੀਅੰਸ ਬਿਨ ਸੋ ਫਾਰ? So far I would say ਕਿ I am blessed। ਮੈਨੂੰ ਕੁਝ ਵੀ ਇੱਦਾਂ ਦੀ ਪ੍ਰੋਬਲਮ ਨਹੀਂ ਆਈ ਇੱਥੇ ਕਿ ਮੈਨੂੰ ਬੀਇੰਗ ਐਜ਼ ਅ ਵੂਮਨ ਮੈਨੂੰ ਕਿਸੇ ਚੀਜ਼ ਦੀ ਹੈਜ਼ੀਟੇਸ਼ਨ ਹੋਈ ਹੋਵੇ। ਬਿਕੋਜ਼ ਮੈਂ ਬੈਕ ਹੋਮ ਵੀ ਕਰਦੀ ਹੁੰਦੀ ਸੀ ਰਾਈਡ। ਸੋ ਜਦੋਂ ਇੱਥੇ ਆ ਕੇ ਮੈਂ ਆਪਣੀ ਟ੍ਰੇਨਿੰਗ ਲਿੱਤੀ, ਪੂਰੀ ਟ੍ਰੇਨਿੰਗ ਤੋਂ ਬਾਅਦ ਮੈਂ ਰਾਈਡ ਕਰਨਾ ਸ਼ੁਰੂ ਕੀਤਾ, ਅਤੇ ਥੋੜ੍ਹੀ ਜਿਹੀ ਜਿੱਦਾਂ ਬੀਇੰਗ ਹੈਜ਼ੀਟੇਸ਼ਨ ਹੁੰਦੀ ਸੀ ਕਿ ਆਈ ਐਮ ਦ ਓਨਲੀ ਵਨ ਦੇਅਰ ਅਤੇ ਰੈਸਟ ਆਫ ਆਲ ਆਰ ਮੇਲ ਪਰਸਨ। ਅਤੇ ਬਟ ਉਹਨਾਂ ਨੇ ਜਿੱਦਾਂ ਹਮੇਸ਼ਾ ਇਨਕਰੇਜ ਕਰਨਾ, ਉਹਨਾਂ ਨੇ ਕਹਿਣਾ ਕੋਈ ਨਹੀਂ ਭੈਣ ਜੀ ਤੁਸੀਂ ਯੂ ਜਸਟ ਗੋ ਹੈਡ ਡੂ ਇਟ, ਯੂ ਸ਼ੁੱਡ ਬੀ ਪਾਰਟ ਆਫ ਦਿਸ। ਸੋ ਉਸ ਇਨਕਰੇਜਮੈਂਟ ਦੇ ਨਾਲ ਨਾਲ ਮੈਂ ਅੱਗੇ ਵੱਧਦੀ ਗਈ। ਐਂਡ ਦੈਨ ਆਈ ਹੈਡ ਅ ਫੈਮਿਲੀ ਸਪੋਰਟ। ਮਾਈ ਹਸਬੈਂਡ, ਮਾਈ ਕਿਡਸ ਵਰ ਲਾਈਕ ਮੋਮ ਵੀ ਆਰ ਸੋ ਪ੍ਰਾਊਡ ਆਫ ਯੂ, ਵੀ ਇਟਸ ਸੱਚ ਅ ਨਾਈਸ ਮੋਮੈਂਟ, ਯੂ ਨੋ ਯੂ ਸ਼ੁੱਡ ਕੰਟੀਨਿਊ ਦਿਸ। ਐਂਡ ਸੋ ਇਸ ਤਰ੍ਹਾਂ ਦੀ ਇਨਕਰੇਜਮੈਂਟ ਮਿਲਦੀ ਰਹੀ। ਐਂਡ ਜਦੋਂ 2011 'ਚ ਮੈਂ ਪਹਿਲੀ ਵਾਰੀ ਨਗਰ ਕੀਰਤਨ 'ਚ ਰਾਈਡ ਕੀਤਾ ਸੀਗਾ, ਅਤੇ ਉੱਥੇ ਵੀ ਇਸ ਤਰ੍ਹਾਂ ਹੀ ਸੀਗਾ। ਪੀਪਲ ਯੂ ਨੋ ਲੇਡੀਜ਼ ਮੈਨ ਦੇ ਵਰ ਵੈਰੀ ਹੈਪੀ, ਦੇ ਵਰ ਲਾਈਕ ਯੂ ਨੋ ਵੀ ਨੀਡ ਟੂ ਟੇਕ ਅ ਪਿਕਚਰ ਵਿਦ ਯੂ। ਸੋ ਅਸੀਂ ਦਸਤਾਰ ਬੰਨੀ ਹੋਈ ਸੀਗੀ, ਅਤੇ ਉਹਦੇ ਨਾਲ ਇੱਕ ਹੋਰ ਜਿਹਨੂੰ ਕਹਿੰਦੇ ਰੂਪ ਆ ਜਾਂਦਾ ਹੈ, ਇੱਦਾਂ ਲੱਗਦਾ ਕਿ ਤੁਸੀਂ ਗੁਰੂ ਦੇ ਬੰਦੇ ਹੋ। ਅਤੇ ਦੈਟ ਵਾਜ਼ ਅ ਵੈਰੀ ਪ੍ਰਾਊਡਫੁਲ ਮੂਮੈਂਟ। ਅਤੇ ਬਸ ਇਸ ਤਰ੍ਹਾਂ ਜਰਨੀ ਸਟਾਰਟ ਹੋਈ। ਸੋ ਫਰੋਮ ਦੈਟ ਡੇ ਟਿਲ I am part of this
ਗਰੁੱਪ ਤੇ ਥੋੜੇ ਸਾਲ ਪਹਿਲਾਂ ਜਿੱਦਾਂ ਵੀ देयर वर one group but ਫਿਰ 4 ਕੁ ਸਾਲ ਪਹਿਲਾਂ ਦੇ ਮੇਡ 2 groups ਸੋ ਨਾਓ ਆਮ ਪਾਰਟ ਪਹਿਲਾਂ ਮੈਂ ਸੀਗੀ ਪੰਜਾਬ ਰਾਈਡਰਸ ਦੇ ਨਾਲ ਹੁਣ ਮੈਂ ਹੈਗੀ ਆ ਸਿੱਖ ਮੋਟਰਸਾਈਕਲ ਰਾਈਡਰਸ All of them are doing amazing work. Punjab Riders ਤੋਂ ਸਾਡੇ ਨਾਲ ਪਰਮਿੰਦਰ ਵੜੈਚ ਸ਼ਾਮਿਲ ਨੇ. ਪਰਮਿੰਦਰ ਜੀ, ਤੁਸੀਂ ਕਦੋਂ ਸੋਚਿਆ ਕਿ ਵੀ ਮੈਂ ਵੀ ਮੋਟਰਸਾਈਕਲ ਚਲਾਉਣਾ ਹੈ? ਐਕਚੁਅਲੀ ਮੈਂ ਨਾ ਪੰਜਾਬ ਗਰੁੱਪ ਨੂੰ ਜੁਆਇਨ ਕੀਤਾ 4 ਸਾਲ ਪਹਿਲਾਂ ਜੀ. ਈਵਨ ਕਿ ਸਪੋਰਟ ਵਿਦ ਮਾਈ ਹਸਬੈਂਡ, ਬਿਗ ਸਪੋਰਟ ਫਰੋਮ ਮਾਈ ਹਸਬੈਂਡ. Yeah. ਐਕਚੁਅਲੀ ਮੇਰੇ ਹਸਬੈਂਡ ਨੇ ਪਹਿਲਾਂ ਵੀ ਜਦੋਂ ਕਿਤੇ, ਕਿਉਂਕਿ ਹੀ ਵਾਸ ਅ ਪਾਰਟ ਆਫ ਦ ਗਰੁੱਪ ਬਿਫੋਰ, ਇਹਨਾਂ ਨੂੰ ਐਨਕਰੇਜ ਕਰਨ ਵਾਲੀ ਜਿੱਥੋਂ ਤੱਕ ਮੈਂ ਆਪਣੇ ਆਪ ਨੂੰ ਫੀਲ ਕਰਦੀ ਹਾਂ, ਕਿਉਂਕਿ ਹੀ ਵਾਸ ਆਲਵੇਜ਼ ਸੈਡ, ਜਿਵੇਂ ਆਪਣੇ ਬੰਦੇ ਹਮੇਸ਼ਾ ਇਹ ਗੱਲ ਕਹਿਣਗੇ, ਇੱਕ ਦਿਨ ਮੈਂ ਬਾਈਕ ਲੈਣਾ, ਇੱਕ ਦਿਨ ਮੈਂ ਲਾਇਸੈਂਸ ਵੀ ਲੈਣਾ. ਸੋ ਆਈ ਬੌਟ ਅ ਬਾਈਕ ਫਰੋਮ ਹਿਮ ਐਜ਼ ਅ ਸਰਪ੍ਰਾਈਜ਼. ਤੇ ਮੈਂ ਹਾਂਜੀ ਮੈਂ ਘਰੇ ਲਿਆ ਕੇ ਜਿੱਦਣ ਸਾਰੇ ਆਣੇ ਮੇਰੇ ਸਾਰੀ ਫੈਮਿਲੀ ਬਾਈਕ ਲੈ ਕੇ ਇਹਨਾਂ ਦੇ ਸਾਹਮਣੇ ਆ ਕੇ ਜਦੋਂ ਖੜੇ ਹੋਏ, ਹੀ ਵਾਸ ਲਾਈਕ ਇਹ ਕਿੱਦਾਂ ਬਾਈਕ ਹੈ, ਹੈਰੀ ਨੇ ਬਾਈਕ ਲੈ ਲਿਆ, ਹੀ ਇਜ਼ ਮਾਈ ਬ੍ਰਦਰ ਐਂਡ ਬਿਕੋਜ਼ ਹੀ ਵਾਸ ਰਾਈਡਿੰਗ ਇਟ, ਹੀ ਬ੍ਰਿੰਗ ਇਟ ਐਜ਼ ਲਾਈਕ ਅ ਰਾਈਡਿੰਗ. ਤੇ ਉਹ ਚਲੋ ਉਹਨਾਂ ਨੇ ਸਰਪ੍ਰਾਈਜ਼ ਦਿੱਤਾ ਤੇ ਹੀ ਵਾਸ ਵੈਰੀ ਹੈਪੀ. ਤੇ ਉਦੋਂ ਬਾਅਦ ਇਹਨਾਂ ਨੇ ਲਾਇਸੈਂਸ ਲਿਆ. ਮੈਂ ਕਿਹਾ ਪਹਿਲਾਂ ਲਿਆ ਕੇ ਬਾਈਕ ਖੜਾ ਕਰੋ ਫਿਰ ਇਹ ਲਾਇਸੈਂਸ ਲੈਣਗੇ. And his name is? ਤੇਜਿੰਦਰਜੀਤ ਸਿੰਘ. ਅੱਛਾ. ਤੇ ਇਹਨਾਂ ਨੇ ਜਦੋਂ ਕਿਹਾ, ਮੈਨੂੰ ਕਹਿੰਦੇ ਮੈਨੂੰ ਇਹ ਲੱਗਦਾ ਕਿ ਹੱਜ ਨਾਲੋਂ ਪੱਜ ਜ਼ਿਆਦਾ. ਮੈਂ ਕਿਹਾ ਕੀ ਮਤਲਬ ਹੋਇਆ? ਕਹਿੰਦੇ ਤੈਨੂੰ ਜ਼ਿਆਦਾ ਸ਼ੌਂਕ ਹੈ ਬਾਈਕ ਦਾ ਮੇਰੇ ਨਾਲੋਂ, ਵਾਈ ਨਾਟ ਯੂ ਹੈਵ ਇਟ. ਮੈਂ ਕਿਹਾ ਚਲੋ ਸ਼ੁਰੂ ਕਰਦੇ ਹਾਂ, ਕਿਤੋਂ ਤਾਂ ਸ਼ੁਰੂ ਕਰਨਾ ਹੀ ਹੈ, ਪਹਿਲਾਂ ਤੁਸੀਂ ਲਓ, ਦੈਨ ਆਈ ਵਿਲ ਸੀ. Then he got a license, then I got a license and I got a bike next year. He asked me that you should have your own bike because ਮੈਨੂੰ ਕਹਿੰਦੇ ਮੈਨੂੰ ਤੇਰੀ ਫੇਸ ਤੋਂ ਲੱਗਦਾ ਜਦੋਂ ਬਾਈਕ ਚੱਲਦਾ ਤੇਰਾ ਦਿਲ ਧੱਕ ਧੱਕ ਵੱਜਦਾ. And that was true. I really feel with the sound of the bike that I'm living with it. Oh. ਹਾਂਜੀ, I So have ਡੁਗ ਦੇ ਨਾਲ ਤੱਕ ਹੋ ਗਿਆ. Then we both ride same time and he's my first who asked me to, nahi, you should have your own. Then I was like, okay, after 20 years it's pretty hard for me. And he said, no, I know that you can do it. So ਉਦੋਂ ਬਾਅਦ ਮੈਂ ਆਪਣਾ ਲਾਇਸੈਂਸ ਲਿਆ and then I'm on a road with him. Now we both, ਅਸੀਂ ਦੋਨੋਂ ਇਕੱਠੇ ਰਾਈਡ ਕਰਦੇ ਹਾਂ and I feel so safe with him. ਮੈਨੂੰ ਇਹ ਲੱਗਦਾ ਕਿ ਜਿਵੇਂ ਇੱਕ ਪੰਛੀ ਉੱਡਿਆ ਤਾਂ ਜਾਂਦਾ, ਪਰ ਨਾਲ ਇੱਕ ਆਪਣੇ ਹਮਸਫਰ ਨੂੰ ਨਾਲ ਲੈ ਕੇ ਬੱਚਿਆਂ ਦੇ ਨਾਲ. ਪਰ ਮੇਰੇ ਜ਼ਰੂਰ ਹੈ ਕਿ ਮੈਂ ਬੱਚੇ ਨੂੰ ਪਿੱਛੇ ਬਿਠਾਉਂਦੀ, ਪਰ ਮੈਂ ਆਪ ਇੰਨੀ ਪ੍ਰੋਟੈਕਟਡ ਫੀਲ ਕਰਦੀ ਹਾਂ ਉਹਨਾਂ ਦੇ ਨਾਲ. ਮੈਨੂੰ ਇਹ ਲੱਗਦਾ ਕਿ ਮੈਂ ਆਈ ਐਮ ਫਲਾਈਂਗ ਵਿਦ ਹਿਮ. Yes. ਹਾਂਜੀ, I'm That's flying so with him. sweet. That's so sweet. I live my life with a dream. ਮੈਨੂੰ ਹਮੇਸ਼ਾ ਡ੍ਰੀਮ ਸੀਗਾ ਕਿ ਮੈਂ ਆਪਣੇ ਪਾਰਟਨਰ ਦੇ ਨਾਲ ਬਾਈਕ ਚਲਾਵਾਂ, which is come true. ਅੱਛਾ, ਸੁਪਰਮਿੰਦਰ ਤੁਸੀਂ ਇੰਡੀਆ ਵੀ ਚਲਾਇਆ? ਹਾਂਜੀ, ਮੈਂ ਇੰਡੀਆ, ਮੇਰੇ ਪਾਪਾ ਨੇ ਮੈਨੂੰ ਸਕੂਟਰ ਦਿੱਤਾ ਸੀ ਜੀ, ਪਰ ਮੈਨੂੰ ਹਮੇਸ਼ਾ ਡੁਗ ਮੇਰੇ ਸ਼ੁਰੂ ਤੋਂ ਹੀ ਦਿਲ 'ਚ ਵੱਜਦੀ ਸੀ. ਜਦੋਂ ਕਿਤੇ ਕਿਸੇ ਕਜ਼ਨ ਨੇ ਆਉਣਾ, ਉਹਦਾ ਹੋਣਾ, ਤੇ ਆਈ ਟਰਾਈ, ਪਰ ਥੈਂਕਸ ਗੋਡ ਆਈ ਨੈਵਰ ਫੈਲ. ਹਾਂਜੀ, ਮੇਰੀ ਸਿਸਟਰ ਡਿੱਗੀ ਇੱਕ ਵਾਰੀ, ਉਹਨੇ ਕਦੇ ਦੁਬਾਰਾ ਨਹੀਂ ਉੱਠ ਕੇ ਖੜੀ ਹੋਈ, ਕਹਿੰਦੀ ਮੈਂ ਨਹੀਂ ਚਲਾ ਸਕਦੀ, ਮੈਂ ਨਹੀਂ ਚਲਾਉਣਾ, ਬਟ ਥੈਂਕਸ ਗੋਡ ਆਈ ਨੈਵਰ ਫੈਲ. ਤੇ ਬਸ ਇੱਕ ਪੈਸ਼ਨ ਹੀ ਹੈ ਜੀ, ਇਸ ਚੀਜ਼ ਨੂੰ ਤੁਸੀਂ ਪੈਸ਼ਨ ਨਾਲ ਚਲਾ ਸਕਦੇ ਹੋ, ਔਰ ਪੇਸ਼ੈਂਟ ਔਰ ਪੈਸ਼ਨ ਦੋਨੋਂ ਹੀ ਚਾਹੀਦੇ ਆ ਤੁਹਾਡੇ 'ਚ. ਹਾਂਜੀ, ਵਿਚ ਆਈ ਫੀਲ ਓਵਰ ਹੀਅਰ ਇਜ਼ ਵੈਰੀ ਸੇਫ, ਵੇ ਮਚ ਬੈਟਰ ਦੈਨ ਇੰਡੀਆ. ਪਰ ਇੱਥੇ ਵੀ ਆਪਣੇ ਰੂਲਸ ਦੇ ਹਿਸਾਬ ਨਾਲ ਚੱਲੋ ਤਾਂ ਤੁਸੀਂ ਸੇਫ ਹੋ, ਅਦਰਵਾਈਜ਼ ਇਟ ਕੁਆਇਟ ਡੇਂਜਰਸ ਟੂ. ਕਈ ਵਾਰ ਤੁਸੀਂ ਗਲਤੀ ਨਹੀਂ ਕਰਦੇ, ਲੋਕੀ ਕਰਦੇ ਆ ਤੁਹਾਡੇ ਲਈ. ਇਹ ਹੋਇਆ ਸੀ ਮੇਰੇ ਫਰੈਂਡ ਦੇ ਨਾਲ. I will share that later. ਓਕੇ. ਸੁਰੂਬੀ, ਤੁਸੀਂ ਇੰਡੀਆ ਦੇ ਵਿੱਚ ਕਦੋਂ ਆਪਣਾ ਬਾਈਕ ਚਲਾਉਣਾ ਸ਼ੁਰੂ ਕੀਤਾ? ਉੱਥੇ ਮੋਟਰਸਾਈਕਲ ਚਲਾਉਣਾ ਕੁੜੀਆਂ ਨੂੰ ਇਦਾਂ ਦੇਖਿਆ ਜਾ, ਉਹ ਹਾਂ ਕੁੜੀ ਚਲਾਈ, ਪਤਾ ਨਹੀਂ ਕਿਹੜੀ ਗੱਲੋਂ ਹਾਂ ਹਾਏ ਹੁੰਦੀ ਸੀ. ਮੇਰੀ ਵੀ ਫਰੈਂਡ ਚਲਾਉਂਦੀ ਸੀ, ਹੁਣ ਵੀ ਮੇਰੀ ਫਰੈਂਡਸ ਉੱਥੇ ਹੈਗੀਆਂ, ਬਹੁਤ ਵਧੀਆ ਰਾਈਡ ਕਰਦੀਆਂ, ਕਿੱਥੇ ਹਿਮਾਲਿਆ ਤੱਕ ਜਾ ਕੇ ਆਉਂਦੀਆਂ. ਯਾ ਤੁਸੀਂ ਆਪਣਾ ਐਕਸਪੀਰੀਅੰਸ ਸ਼ੇਅਰ ਕਰੋ. ਹਾਂਜੀ, ਬਸ ਮੇਰੇ ਡੈਡ ਕੋਲ ਹੁੰਦਾ ਸੀਗਾ ਜੀ ਇਨਫੀਲਡ, ਉੱਥੇ ਇੱਕ ਇਨਫੀਲਡ ਮੋਟਰਸਾਈਕਲ ਇੱਕ ਉਹੀ ਪਪੂਲਰ ਹੁੰਦਾ ਸੀਗਾ ਜ਼ਿਆਦਾਤਰ. ਬਾਕੀ ਯੈਜ਼ਦੀਕ ਹੁੰਦਾ ਸੀਗਾ, ਉਹ ਮੈਨੂੰ ਲੱਗਦਾ ਥੋੜ੍ਹੇ ਯੰਗ ਚਲਾਉਂਦੇ ਸੀ, ਬਟ ਮੇਰੇ ਡੈਡ ਕੋਲ ਇਨਫੀਲਡ ਸੀਗਾ. ਸੋ ਮੈਨੂੰ ਹਮੇਸ਼ਾ ਇੱਦਾਂ ਹੁੰਦਾ ਸੀ ਕਿ ਆਈ ਵਾਂਟ ਟੂ ਰਾਈਡ ਦਿਸ ਵਨ, ਕਿਉਂਕਿ ਸਕੂਟਰ ਮੈਂ ਚਲਾ ਲੈਂਦੀ ਸੀਗੀ ਤੇ ਮੈਨੂੰ ਉਹਦਾ ਸੀਗਾ ਕਿ ਮੈਂ ਵੀ ਚਲਾਉਣਾ ਹੈ. ਸੋ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਆਈ ਵਾਂਟ ਟੂ ਡੂ ਦਿਸ. ਕਹਿੰਦੇ ਨਹੀਂ, ਯੂ ਕੈਨ ਨਾਟ ਡੂ ਦਿਸ. ਮੈਂ ਕਿਹਾ ਨਹੀਂ, ਮੈਂ ਐਕਚੁਅਲੀ ਆਈ ਵਾਜ਼ ਅ ਸਪੋਰਟਸ ਕਾਈਂਡ ਆਫ ਅ ਪਰਸਨ. ਮੈਂ ਸੌਕਰ ਖੇਲਦੀ ਹੁੰਦੀ ਸੀਗੀ, ਲਾਈਕ ਆਈ ਵਾਜ਼ ਦ ਫਰਸਟ ਫਰੋਮ ਪੰਜਾਬ ਨੈਸ਼ਨਲ ਲੈਵਲ 'ਤੇ ਵੂਮਨ ਟੀਮ 'ਚ ਸੀਗੇ, ਤੇ ਆਈ ਰਿਪਰੈਜ਼ੈਂਟਡ ਸੌਕਰ. ਤੇ ਉਦੋਂ ਵੀ ਉਹਨਾਂ ਦਾ ਹੀ ਖਿਆਲ ਸੀਗਾ ਕਿ ਨਹੀਂ ਯੂ ਸ਼ੁੱਡ ਨਾਟ ਬੀ
ਡੂਇੰਗ ਦੈਟ ਬਸ ਮੈਂ ਧੱਕੇ ਨਾਲ ਜਿੱਦਾਂ ਉਹ ਵੀ ਅਚੀਵ ਕੀਤਾ ਸੀਗਾ ਫਿਰ ਫॉर ਦਿਸ ਵਨ ਮੈਂ ਕਿ ਨਹੀਂ ਆਈ ਵਾਂਟ ਟੂ ਐਂਡ ਫਿਰ ਉਹਨਾਂ ਨੇ ਜਿੱਦਾਂ ਮੈਨੂੰ ਕੋਈ ਇਦਾਂ ਦੀ ਟ੍ਰੇਨਿੰਗ ਨਹੀਂ ਸੀਗੀ ਬਸ ਓਕੇ ਉਹਨਾਂ ਨੇ ਕਿਹਾ ਅੱਗੇ ਬੈਠ ਜਾ ਤੇ ਡੂ ਦਿਸ ਐਂਡ ਡੂ ਦੈਟ ਐਂਡ ਦੈਨ ਆਈ ਜਸਟ ਲਰਨਡ ਇਟ ਬਾਈ ਮਾਈਸੈਲਫ ਐਂਡ ਦੈਨ ਜਦੋਂ ਵੀ ਉਹਨਾਂ ਨੇ ਘਰ ਆ ਕੇ ਬਾਈਕ ਖੜਾ ਕਰਨਾ ਮੈਨੂੰ ਹੋਣਾ ਕਿ ਮੈਂ ਚੱਕਾਂ ਤੇ ਮੈਂ ਭੱਜ ਜਾਵਾਂ ਸੋ ਦੈਟਸ ਹਾਊ ਆਈ ਯੂਜ਼ਡ ਟੂ ਡੂ ਇਟ ਬਟ ਉੱਥੇ ਲੋਕੀ ਤੁਹਾਨੂੰ ਹੋਰ ਤਰ੍ਹਾਂ ਦੇਖਦੇ ਨੇ But you did not bother. I did not bother. I think because being as a sports person, I already had that confidence because ਸਾਡੇ matches ਹੁੰਦੇ ਸੀਗੇ. We used to go from ਕਿ ਪੰਜਾਬ ਤੋਂ ਸੀਗੇ but we used to go Bihar, Bombay, South Side. ਜਿੱਥੇ ਹਾਂਜੀ interstate ਜਿੱਥੇ ਵੀ ਹੋਣਾ ਫਿਰ ਆਪਾਂ ਚਲੇ ਜਾਣਾ. So ਇੱਕ ਤਰ੍ਹਾਂ ਦਾ confidence ਸੀਗਾ ਆਪਣੇ ਅੰਦਰ ਚ ਕਿ I can manage this. But ਥੋੜਾ ਬਹੁਤਾ ਕਈ ਵਾਰੀ ਘਰ ਦੇ ਗੁੱਸੇ ਵੀ ਹੋ ਜਾਂਦੇ ਸੀਗੇ ਕਿ what are you doing ਹੈ ਨਾ ਤੇ this is not what you should be doing. But I said no, I love it. I had a passion for it and then I did it. So same thing ਉਹੀ passion ਫਿਰ ਮੈਨੂੰ ਇੱਥੇ ਖਿੱਚ ਲਿਆਇਆ ਤੇ ਮੈਂ ਕਿਹਾ ਕਿ ਨਹੀਂ ਮੈਂ ਪ੍ਰੋਪਰ ਟ੍ਰੇਨਿੰਗ ਲੈਣੀ ਹੈ ਤੇ ਟ੍ਰੇਨਿੰਗ ਲੈ ਕੇ ਫਿਰ ਜਿੱਦਾਂ ਸੇਮ ਇਹਨਾਂ ਨੇ ਦੱਸਿਆ ਟੈਸਟ ਦਿੱਤਾ ਤੇ ਟੈਸਟ ਕਲੀਅਰ ਹੋ ਗਿਆ ਤੇ ਬਸ ਫਿਰ it's been a while for you ਹੈ ਨਾ it's been a while. It's 2010 ਚ ਮੈਂ ਦਿੱਤਾ ਸੀਗਾ I think ਟੈਸਟ ਤੇ ਬਸ ਫਿਰ ਉਸ ਤੋਂ ਬਾਅਦ ਹਰ ਸਮਰ ਚ ਥੋੜਾ ਬਹੁਤਾ ਰਾਈਟ ਕਰਕੇ ਤਾਂ ਚਲੀ ਜਾਂਦਾ ਪਰਮਿੰਦਰ ਜੀ ਤੁਹਾਨੂੰ ਉੱਥੇ ਝਾਕਾ ਸੀਗਾ ਜਾਂ ਕਿਸੇ ਨੇ ਕਿਹਾ ਸੀਗਾ ਕਦੇ ਇੰਡੀਆ ਪੰਜਾਬ ਦੇ ਵਿੱਚ ਕੀ ਲੈ ਕੁੜੀ ਮੋਟਰਸਾਈਕਲ ਚਲਾਉਂਦੀ ਚੰਗੀ ਲੱਗੂਗੀ ਐਕਚੁਅਲੀ ਮੇਰਾ ਬਰਥ ਲੁਧਿਆਣੇ ਦਾ ਜੀ ਸ਼ੁਰੂ ਤੋਂ ਸ਼ਹਿਰ 'ਚ ਰਹੇ ਹਾਂ ਇੱਦਾਂ ਦਾ ਕਦੇ ਹੋਇਆ ਨਹੀਂ ਕਿਉਂਕਿ ਕਾਫੀ ਲਿਬਰਲ ਫੈਮਿਲੀ ਹੈ ਮੇਰੀ ਇਹ ਜ਼ਰੂਰ ਹੁੰਦਾ ਸੀਗਾ ਕਿ ਜੇ ਅੱਜ ਬਾਈਕ ਦੇ ਵਿੱਚ ਗੈਸ ਮੁੱਕ ਗਿਆ ਆਉਂਦਿਆਂ ਨੂੰ ਤੇ ਇਹ ਕਿਵੇਂ ਹੁਣ ਭਰਾਉਣਾ ਲੰਬਾ ਹੋ ਗਿਆ ਫਿਰ ਬ੍ਰਦਰ ਦੇ ਸਕੂਟਰ ਦੇ ਵਿੱਚੋਂ ਮੋਟਰ ਪਾਈਪ ਲਾ ਕੇ ਤੇਲ ਕੱਢ ਲੈਣਾ ਜੀ ਉਹ ਆਪਣੀ ਬਾਈਕ 'ਚ ਪਾ ਲੈਣਾ ਆਪਣਾ ਪੂਰਾ ਕਰ ਲੈਣਾ ਬਰਦਰ ਤਾਂ ਦੇਖੂਗਾ ਉਹ ਕਿਹੜੇ ਕੁਝ ਪਤਾ ਲੱਗਦਾ ਵੀ ਹਾਂ ਵੀ ਮੇਰਾ ਵੀ ਕਿਤੋਂ ਕੱਢਿਆ ਜਾਂਦਾ ਪਰ ਤੇਲ ਦੀ ਪਾਈਪ ਵੀ ਨਾਲ ਹੀ ਲਾਉਣੀ ਸਿੱਖ ਲਈ ਸੀ ਉਦੋਂ ਵੈਰੀ ਗੁੱਡ ਨਾਲੇ ਏਦਾਂ ਫੂਕ ਮਾਰ ਕੇ ਪਹਿਲਾਂ ਕੱਢਣਾ ਫਿਰ then suck ਕਰਕੇ you should be very experienced with it ਤੇ ਉਹ ਪਾਉਣਾ ਤੇ ਫਿਰ ਬ੍ਰਦਰ ਨੇ ਕਈ ਵਾਰੀ ਰੌਲਾ ਪਾਉਣਾ ਵੀ ਮੈਂ ਤੇਲ ਭਰਾਉਣਾ ਪਤਾ ਨਹੀਂ ਕੀ ਬਣਦਾ ਕੀ ਹੈ ਆਪਾਂ ਚੁੱਪ ਦੇ ਚੁੱਪ ਵੀ ਪਤਾ ਹੀ ਹੈ ਔਰ ਹਾਂਜੀ ਕੀ ਹੋ ਰਿਹਾ ਪਰ ਨਹੀਂ ਐਜ਼ ਬੀਇੰਗ ਫੀਲਿੰਗ ਓਵਰ देयर ਮੇਰੇ ਪਾਪਾ ਨਹੀਂ ਰਹੇ 2 ਸਾਲ ਪਹਿਲਾਂ ਉਹਨਾਂ ਨੇ ਇੱਕੋ ਹੀ ਗੱਲ ਕਹੀ ਸੀ ਬੇਟਾ ਤੁਸੀਂ ਕੁਝ ਵੀ ਕਰ ਸਕਦੇ ਹੋ ਸਕੂਟਰ ਲੈ ਜਾਓ ਬਾਈਕ ਲੈ ਜਾਓ ਕੋਈ ਪ੍ਰੋਬਲਮ ਨਹੀਂ ਬਟ ਮੇਰੀ ਕਦੇ ਚਿੱਟੀ ਪੱਗ ਨੂੰ ਦਾਗ ਨਹੀਂ ਲਾਉਣਾ ਆਪਣੇ ਆਨਰ 'ਚ ਰਹਿਣਾ ਮੈਨੂੰ ਆਨਰ 'ਚ ਰੱਖਣਾ ਮੈਨੂੰ ਕੋਈ ਕੱਲ੍ਹ ਨੂੰ ਇਹ ਗੱਲ ਨਾ ਕਿ ਮੇਰੀ ਤੁਸੀਂ ਬੇਟਾ ਉੱਥੇ ਤੁਰੇ ਫਿਰਦੇ ਸੀ ਜਾਂ ਉੱਥੇ ਤੁਰੇ ਫਿਰਦੇ ਸੀ ਇਹ ਨਹੀਂ ਹੋਣਾ ਚਾਹੀਦਾ ਬਾਕੀ ਜੋ ਤੁਹਾਡੀ ਫਰੀडम ਹੈ ਉਹ ਆਪਣਾ ਇੰਜੋਏ ਕਰੋ ਮੈਨੂੰ ਪਤਾ ਮੇਰੀ ਬੇਟੀਆਂ ਕਿੱਦਾਂ ਦੀਆਂ ਨੇ ਬਿਲਕੁਲ ਬਿਲਕੁਲ ਸੋ ਦੈਟਸ ਵਾਟ ਆਈ ਕੈਪਟ ਇਟ ਵੈਰੀ ਬੈਲੈਂਸ ਇੱਦਾਂ ਦਾ ਕੁਛ ਨਹੀਂ ਉਹਨਾਂ ਦਾ ਵਿਸ਼ਵਾਸ ਹਾਂਜੀ ਬਿਲਕੁਲ ਉਹਨਾਂ ਦਾ ਵਿਸ਼ਵਾਸ ਬਹੁਤ ਸੀ ਹੁਣ ਤੱਕ ਵੀ ਉਹਨਾਂ ਨੂੰ ਵਿਸ਼ਵਾਸ ਸੀਗਾ ਜਦੋਂ ਮੈਂ ਉਹਨਾਂ ਨੂੰ ਬਾਈਕ ਚਲਾ ਕੇ ਇੱਥੇ ਵੀ ਦਿਖਾਇਆ ਪਾਪਾ ਕਹਿੰਦੇ ਓਹ ਮਾਈ ਗॉड ਆਈ ਕੁਡ ਨਾਟ believe it but you did it after 20 ਮੈਂ ਕਿਹਾ ਹਾਂਜੀ ਡੈਡੀ ਬਹੁਤ ਅੱਛੀ ਗੱਲ ਹੈ ਬੇਟਾ ਅੱਛਾ ਇੰਨੇ ਸਾਲ ਦਾ ਗੈਪ ਸੀਗਾ ਇੰਨੇ ਸਾਲ ਦਾ ਗੈਪ ਤੋਂ ਬਾਅਦ I put my step back on it wow and this is very special for me ਕਿਉਂਕਿ ਇਹ ਬਾਈਕ ਚਲਾਉਣਾ ਔਰ ਇੱਥੇ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਮੈਂ ਦੇਖਦੀ ਹੁੰਨੀ ਆ ਕਿ ਬਾਈਕ ਤਾਂ ਭਾਰੇ ਹੀ ਬਹੁਤ ਆ ਇਹਨਾਂ ਦੇ ਇੰਜਨ ਹੀ ਕਿੰਨੇ ਡਿਫਰੈਂਟ ਹੈ ਸੋ ਇਸ ਕਰਕੇ ਵੀ ਸਾਡਾ ਇੰਟਰਸਟ ਸਪੈਸ਼ਲੀ ਬਣਦਾ ਹੈ when it comes to female riders ਪਰਮਿੰਦਰ ਤੁਹਾਡੇ ਤੋਂ ਸ਼ੁਰੂਆਤ ਕਰਾਂਗੇ ਕਿਵੇਂ ਫਰਕ ਹੈਗਾ ਇਟਸ ਕੁਆਇਟ ਡਿਫਰੈਂਟ ਜੀ ਉੱਥੇ ਜਿਹੜੇ ਬਾਈਕਸ ਨੇ ਸਾਰੇ ਅਰਾਊਂਡ 200 to 50 ਤੱਕ ਸੀਸੀ ਤੱਕ ਨਹੀਂ ਨੇ ਇੱਥੇ ਤਾਂ ਜੀ ਸ਼ੁਰੂ ਹੀ 500 ਸੀਸੀ ਤੋਂ ਲੈ ਕੇ ਇਟ ਗੋਜ਼ ਮੇਰੇ ਹਸਬੈਂਡ ਕੋਲੇ ਜਿਹੜਾ ਬਾਈਕ ਹੈ ਉਹ ਹੈਗਾ ਹਾਰਲੀ ਵੀ ਰੋਡ ਮਸਲ 1800 ਸੀਸੀਜ਼ ਹੈ ਅੱਛਾ ਇਟਸ ਸੋ ਪਾਵਰਫੁਲ ਸੋ ਇੱਥੇ ਦੇ ਬਾਈਕਸ ਤੇ ਉੱਥੋਂ ਦੇ ਬਾਈਕ ਦਾ ਜ਼ਮੀਨ ਅਸਮਾਨ ਦਾ ਡਿਫਰੈਂਸ ਹੈ ਜਦੋਂ ਮੈਂ ਬਾਈਕ ਉੱਥੇ ਰਾਈਡ ਕੀਤਾ ਦੀਦੀ ਇਫ ਯੂ ਕਮਸ ਅਰਾਊਂਡ 80 ਐਂਡ ਅਬਵ ਉੱਥੇ ਤਾਂ ਇਹ ਲੱਗਦਾ ਕਿ ਜੇ ਤੁਸੀਂ ਅਬਵ ਕੀਤਾ ਤੁਹਾਡਾ ਬਾਈਕ ਹਿੱਲ ਜਾਣਾ ਇਟਸ ਕਾਈਂਡ ਆਫ ਉਹਦੀ ਸੀਟ ਦੀ ਡਿਫਰੈਂਸ ਸਟੇਬਿਲਿਟੀ ਹੁੰਦੀ ਹੈ ਹੈਂਡਲ ਦੀ ਡਿਫਰੈਂਟ ਹੁੰਦੀ ਹੈ ਉੱਥੇ ਤੁਹਾਨੂੰ ਆਪ ਕੰਟਰੋਲ ਕਰਨਾ ਪੈਂਦਾ ਬਾਈਕ ਟੂ ਬੀ ਕੰਸੀਡਰ ਕਿ ਇਹ ਹੈਵੀ ਹੈ ਇਹ ਇੰਨੀ ਸਪੀਡ ਲਿਮਿਟ ਦੇ ਨਾਲ ਜੇ ਮੈਂ ਟਰਨ ਕਰਨਾ ਤਾਂ ਮੇਰੀ ਕੀ ਕੌਨਸ਼ੀਅਸਲੀ ਕਰਨਾ ਜਾਂ ਕੀ ਹੈ ਉੱਥੇ ਤਾਂ ਪੂਰਾ ਫੰਡਾ ਡਿਫਰੈਂਟ ਆ ਦੀਦੀ ਜਦੋਂ ਇੱਥੇ ਆ ਕੇ ਬਾਈਕ ਰਾਈਡ ਕੀਤਾ ਆਈ ਵਾਜ਼ ਰਾਈਟ ਸੋ ਪੀਸਫੁਲ ਟੂ ਕੰਸੀਡਰ ਕਿ ਮੇਰੇ ਬਾਈਕ ਦੀ ਸਟੇਬਿਲਿਟੀ ਡਜ਼ਨਟ ਮੈਟਰ ਹਾਊ ਹੈਵੀ ਇਟ ਇਜ਼ ਇਟਸ ਬਾਈ ਇਟਸੈਲਫ ਇਜ਼ ਵੈਰੀ ਸਟਰੋਂਗ ਇਹਦੀ ਸਟੇਬਿਲਿਟੀ ਇੱਕ ਸਟਰੋਂਗ ਕਹਿ ਦੋ ਸੀਟ ਦੇ ਵਿੱਚ ਹੈ ਇਹ ਨਹੀਂ ਮੈਂ ਫੀਲ ਕਰਦੀ ਕਿ ਇਹਦਾ ਹੈਂਡਲ ਅਲੱਗ ਹੈ ਤੇ ਸੀਟ ਅਲੱਗ ਇਹ ਤਾਂ ਬੈਲੈਂਸਿੰਗ ਡਿਫਰੈਂਟ ਹੈ ਨੋ ਇਟਸ ਸੋ ਸਟੇਬਲ ਹੇਅਰ ਇਟਸ ਹੈਵੀ ਬਟ ਸੋ ਸਟੇਬਲ ਇਹ ਬੈਲੈਂਸ
ਇੱਕ ਵਾਰੀ ਚੱਕ ਕੇ ਖੜਾ ਕਰਨਾ ਔਖਾ ਧੱਕਾ ਲਾ ਕੇ ਕਹਿ ਲਓ ਵੀ ਆਪਾਂ ਵੂਮਨਸ ਨੂੰ ਮੈਨੂੰ ਦਿਸ ਬਾਈਕ ਵਾਟ ਆਈ ਐਮ ਹੈਵਿੰਗ ਇਜ਼ ਕੁਆਇਟ ਹੈਵੀ ਕਿਹੜਾ ਵਾਲਾ ਹੈ? ਮੇਰੇ ਕੋਲ ਕਾਵਾਸਾਕੀ ਵੀ ਰੋਡ ਹੈ ਜੀ, ਕਾਵਾਸਾਕੀ 800 ਕਰੂਜ਼ਰ ਹੈ ਜੀ। ਤੇ ਪਰ ਇਟਸ ਅ ਕਰੂਜ਼ਰ, ਇਟਸ ਸੋ ਕੰਫਰਟੇਬਲ। ਉੱਥੋਂ ਦੇ ਇੰਡੀਆ ਦੇ ਬਾਈਕ ਕੰਫਰਟੇਬਲ ਨਹੀਂ ਹੁੰਦੇ। ਆਪਾਂ ਹੁਣ ਇਹ ਨਹੀਂ ਕਹਿ ਸਕਦੇ ਕਿ ਆਪਾਂ ਕਦੇ ਇੰਡੀਆ ਬਾਈਕ ਦੇ ਉੱਤੇ ਲੰਬਾ ਸਫ਼ਰ ਨਹੀਂ ਕੀਤਾ। ਮੈਨੂੰ ਲੱਗਦਾ ਲੁਧਿਆਣੇ ਤੋਂ ਲੈ ਕੇ ਮੇਰੇ ਨਾਨਕੇ 2 ਘੰਟਿਆਂ ਦਾ ਸਫ਼ਰ ਮੈਂ ਬਾਈਕ ਤੇ ਕਾਫੀ ਵਾਰੀ ਕੀਤਾ, ਬਟ ਇਟਸ ਕੁਆਇਟ ਹਾਰਡ। ਇੱਥੇ ਤੁਸੀਂ ਬਾਈਕ ਤੇ ਸਫ਼ਰ ਕਰਦੇ ਹੋ ਤੁਹਾਨੂੰ ਪਤਾ ਨਹੀਂ ਲੱਗਦਾ, ਇਟਸ ਸੋ ਕੰਫਰਟੇਬਲ ਹੇਅਰ। ਐਂਡ ਰੂਬੀ ਤੁਹਾਡਾ? ਹਾਂਜੀ, ਸਫ਼ਰ ਤਾਂ ਯਾ ਐਂਡ ਕਿਹੜਾ ਬਾਈਕ ਹੈ? ਹਾਂਜੀ, ਮੇਰੇ ਕੋਲ ਜੀ ਹਾਰਲੇ ਹੈਗਾ ਆ 750, ਜਿੱਦਾਂ ਨੇ ਕਿਹਾ ਸੀਸੀ, ਸੋ ਲਿਟਲ ਬਿਟ ਸਟਰੋਂਗਰ ਫॉर ਮੀ ਐਜ਼ ਵੈਲ। ਸਟੇਬਿਲਿਟੀ ਸੇਮ ਹੈਗੀ ਹੈ। ਹੁਣ ਜਿੱਦਾਂ ਮੈਨੂੰ ਪਹਿਲਾਂ ਇਨਫੀਲਡ ਚਲਾਉਂਦੀ ਸੀ, ਉਹ ਮੈਨੂੰ ਉਹਦੇ ਸਾਹਮਣੇ ਚ ਬੱਚਾ ਜਿਹਾ ਲੱਗਦਾ ਆ। ਮੈਨੂੰ ਲੱਗਦਾ ਕਿ ਇਹ ਹਾਰਲੇ ਜ਼ਿਆਦਾ ਬੈਟਰ ਹੈ, ਇਹਦੀ ਪਾਵਰ ਵਧੀਆ ਹੈਗੀ ਹੈ। fat boy. It's kind of a fat boy, but not actually a fat boy. But it is pretty heavy and strong bike. Okay. ਤੇ ਫਿਰ ਸ਼ੌਂਕ ਨਾਲ ਅਸੀਂ ਉਹਦੇ ਪਾਈਪਿੰਗ ਵਿੱਚ ਪਾਈਪਸ ਚੇਂਜ ਕਰਾਏ ਤਾਂ ਕਿ ਜਿੱਦਾਂ ਇਹਨਾਂ ਨੇ ਤੇ ਡੁਗ ਜ਼ਿਆਦਾ ਵੱਜੇ। ਸੋ ਇਟਸ ਮੋਰ ਸਟਰੋਂਗਰ, ਸੋ ਵਾਂਸ ਯੂ ਗਿਵ ਅ ਲਿਟਲ ਬਿਟ ਆਫ ਅ ਥ੍ਰਿਲ ਤੇ ਉਹ ਜ਼ਿਆਦਾ ਆਵਾਜ਼ ਦਿੰਦੀ ਹੈ ਜਿੱਦਾਂ ਤੁਸੀਂ ਥ੍ਰੋਟ ਕਰਦੇ ਹੋ। ਸੋ ਇਟ ਇਜ਼ ਤੁਹਾਡੇ ਤੇ ਡਿਪੈਂਡ ਕਰਦਾ ਹੈ, ਲਾਈਕ ਐਜ਼ ਐ ਤੁਹਾਡੇ ਗੇਅਰਸ ਪ੍ਰੋਪਰ ਪੇ ਹੋਣੇ ਚਾਹੀਦੇ ਨੇ। ਤੇ ਜੇ ਗੇਅਰਸ ਤੁਹਾਡੇ ਪ੍ਰੋਪਰ ਨੇ ਦੈਨ ਯੂ ਆਰ ਸਟੇਬਲ ਔਨ ਦਾ ਬਾਈਕ। ਤੁਹਾਡੇ ਹੈਲਮਟ ਪਈ ਹੋਣੀ ਚਾਹੀਦੀ ਹੈ, ਤੁਹਾਡੇ ਗਲਵਸ ਪਏ ਹੋਣੇ ਚਾਹੀਦੇ ਹੈ, ਐਂਕਲ ਵਾਲੇ ਸ਼ੂਜ਼, ਤੁਹਾਡੇ ਐਂਕਲ ਕਵਰਡ ਕਰਦੇ ਸ਼ੂਜ਼ ਹੋਣੇ ਚਾਹੀਦੇ ਹੈ, ਤੁਹਾਡੀ ਲੈਦਰ ਦੀ ਪੈਂਟ ਹੋਣੀ ਚਾਹੀਦੀ ਹੈ ਜੀਨ ਦੇ ਉੱਪਰ। ਸੋ ਪ੍ਰੋਪਰ ਗੇਅਰਸ ਹੋਣੇ ਚਾਹੀਦੇ, ਸਪੈਸ਼ਲੀ ਫॉर ਵੂਮਨ। ਜੇ ਤੁਹਾਡੇ ਹੇਅਰ ਨੇ, ਮੇਕ ਸ਼ੋਰ ਯੂ ਪੁੱਟ ਇਟ ਇਨ ਅ ਪੋਨੀਟੇਲ ਤਾਂ ਕਿ ਤੁਹਾਡੀ ਵਿਜ਼ਨ ਨੂੰ ਓਬਸਟਰਕਟ ਨਾ ਕਰਨ। ਸੋ ਇਟ ਸ਼ੁੱਡ ਬੀ ਡਨ ਲਾਈਕ ਦੈਟ। ਵੈਰੀ ਇੰਪੋਰਟੈਂਟ ਇਨ ਅ ਬਾਈਕ ਭੈਣ ਜੀ, ਆਪਣੀ ਐਂਟੀ ਬ੍ਰੇਕ ਸਿਸਟਮ ਬਹੁਤ ਜ਼ਰੂਰੀ ਹੈ। ਇਟਸ ਗਿਵ ਯੂ ਲੋਟ ਆਫ ਕੰਟਰੋਲ, ਜਿਹੜੇ ਕਿ ਇੱਥੋਂ ਦੇ ਬਾਈਕਸ ਦੇ ਵਿੱਚ ਹੈਗਾ, ਇੰਡੀਆ ਦੇ ਬਾਈਕਸ ਦੇ ਵਿੱਚ ਨਹੀਂ ਹੈਗਾ। ਅੱਛਾ, ਐਂਟੀ ਬ੍ਰੇਕ ਸਿਸਟਮ। ਐਂਟੀ ਬ੍ਰੇਕ ਸਿਸਟਮ ਹੁੰਦਾ ਜੀ, ਇਟਸ ਨੈਵਰ ਲੈਟ ਸਕਿਡ ਯੂਰ ਬਾਈਕ, ਇਟਸ ਨੈਵਰ ਬੀ ਵੈਨ ਯੂ ਸ਼ਿਫਟ ਯੂਰ ਗੇਅਰ। ਇਹਦੇ ਨਾਲ ਇਹ ਹੈ ਕਿ ਤੁਹਾਡਾ ਲੌਕ ਨਹੀਂ ਹੁੰਦਾ ਬਾਈਕ ਚੱਲਦਾ ਹੋਇਆ। ਇਟਸ ਸੋ ਕੰਫਰਟੇਬਲ, ਇਟਸ ਸੋ ਈਜ਼ੀ ਟੂ ਰਨ ਔਨ। ਇਹ ਸਭ ਤੋਂ ਵੱਡਾ ਫੀਚਰ ਹੈ ਇੱਥੋਂ ਦੇ ਬਾਈਕ ਦਾ। ਓਕੇ, ਸੋ ਇੰਜੋਏ ਕਰ ਰਹੇ ਹੋ ਤੁਸੀਂ? ਇੰਜੋਏ ਕਰ ਰਹੇ ਹਾਂ। ਵੈਨ ਡਿਡ ਯੂ ਡਿਸਾਈਡ ਕਿ ਆਪਾਂ ਕਿਸੇ ਰਾਈਡਰ ਕਲੱਬ ਨੂੰ ਵੀ ਜੁਆਇਨ ਕਰ ਲਈਏ? ਇੱਕ ਤਾਂ ਹੁੰਦਾ ਨਾ ਇੰਡੀਪੈਂਡੈਂਟ, ਆਪਾਂ ਸਿੱਖ ਲਿਆ, ਸ਼ੌਂਕੀਆ ਆਪਣਾ ਚਲਾ ਲਈਦਾ, ਗਰਮੀਆਂ ਆਉਂਦੀਆਂ ਕੱਢ ਲਈਦਾ, ਕਿਤੇ ਬੈਂਫ ਤੱਕ ਵੀ ਜਾ ਆਈਦਾ, ਪਰ ਇੱਕ ਕਲੱਬ ਦੇ ਨਾਲ ਜੁੜਨਾ, ਇੱਕ ਵੱਖਰਾ ਕੌਜ਼ ਲੈ ਕੇ ਚੱਲਣਾ, ਪਰ ਮੈਂ ਤਾਂ ਤੁਹਾਡੇ ਤੋਂ ਸ਼ੁਰੂਆਤ ਕਰਦਾ। ਹਾਂਜੀ, ਇਹਦੇ ਲਈ ਜਿਵੇਂ ਸੁਰਿੰਦਰ ਭਾਜੀ ਹੈਗੇ ਨੇ ਆਪਣੇ, ਉਹਨਾਂ ਦੇ ਨਾਲ ਅਸੀਂ ਜੁਆਇਨ ਕੀਤਾ। ਇਹਦੇ ਵਿੱਚ ਇੱਕ ਮੋਟੀਵੇਸ਼ਨ ਬਹੁਤ ਹੁੰਦੀ ਹੈ ਜੀ, ਕਿਉਂਕਿ ਦੇ ਹੈਵ ਅ ਗਰੁੱਪ, ਦੇ ਆਲਵੇਜ਼ ਕਾਲ ਫॉर ਮੀਟਿੰਗਸ, ਹੈ ਨਾ ਜੀ। ਸਾਡਾ ਫੈਮਿਲੀ ਡਿਨਰ ਵੀ ਹੁੰਦਾ, ਤੁਸੀਂ ਗੈਟ ਟੂਗੈਦਰ ਕਰਦੇ ਹੋ, ਔਰ ਦੇ ਆਲਵੇਜ਼ ਆਸਕ ਟੂ ਗੋ ਫॉर ਰਾਈਡਸ ਟੂਗੈਦਰ ਟਿਲ ਰੈਡ ਡੀਅਰ। ਉੱਥੇ ਆਪਣਾ ਸੈਂਟਰੀ ਜਾ ਕੇ ਆਏ, ਐਂਡ ਦੇ ਗੋ ਲੋਟ ਆਫ ਡਿਫਰੈਂਟ ਵੇਜ਼। ਹੁਣ ਸਮਰ ਦੇ ਵਿੱਚ ਐਵਰੀ ਅਦਰ ਵੀਕਐਂਡ ਔਰ ਲੌਂਗ ਵੀਕਐਂਡਸ ਤੇ ਸਾਰੇ ਬਾਹਰ ਹੀ ਹੁੰਦੇ ਨੇ। ਐਜ਼ ਅ ਵੂਮਨ ਆਈ ਡੋਂਟ ਜੁਆਇਨ ਦੈਮ ਦੈਟ ਮੱਚ, ਬਟ ਜਿੰਨਾ ਵੀ ਐਕਸਪੀਰੀਅੰਸ ਸਾਰਿਆਂ ਦੇ ਨਾਲ ਰਿਹਾ, ਮੈਨੂੰ ਲੱਗਦਾ ਇੱਕ ਕਲੱਬ ਦੇ ਵਿੱਚ ਤੁਸੀਂ ਪਾਵਰ ਫੀਲ ਕਰਦੇ ਹੋ। ਈਵਨ ਕਿ ਜਦੋਂ 2 ਸਾਲ ਪਹਿਲਾਂ ਜਦੋਂ ਅਸੀਂ ਰਾਈਡ ਕਰ ਰਹੇ ਸੀ, ਆਈ ਵੈਂਟ ਹੋਮ ਆਫਟਰ ਬਾਈਕ, ਤੇ ਪਰ ਇਹ ਸਾਰੇ ਜਾਣੇ ਡਾਊਨਟਾਊਨ ਗਏ, ਦੇ ਹੈਡ ਅ ਰਾਈਡ ਆਫਟਰ ਦੈਟ। ਤੇ ਮੈਂ ਉਦੋਂ ਬਾਅਦ ਕੰਮ ਤੇ ਜਾਣਾ ਸੀ, ਮੈਂ ਕੰਮ ਤੇ ਚਲੀ ਗਈ, ਔਰ ਸ਼ਾਮ ਨੂੰ ਕਾਫੀ ਲੇਟ ਅਰਾਊਂਡ 6:30 ਤੱਕ ਮੇਰੀ ਇੱਕ ਕਲਾਇੰਟ ਆਈ, ਜਦੋਂ ਆ ਕੇ ਮੈਨੂੰ ਕਹਿੰਦੀ ਵਟ ਵਾਜ਼ ਅ ਡੇ ਟੂਡੇ। ਮੈਂ ਕਿਹਾ what's going on, and she was explaining me ਕਿ ਇੱਦਾਂ ਕਰਕੇ ਮੈਂ ਡਾਊਨਟਾਊਨ ਤੋਂ ਆਈ ਹਾਂ, ਉੱਥੇ ਅਸੀਂ ਕੈਫੇ ਦੇ ਵਿੱਚ ਬੈਠੇ ਸੀਗੇ, ਮੈਂ ਉੱਥੇ ਟਰਬਨ ਵਾਲੇ ਦੇਖੇ ਮੋਟਰਸਾਈਕਲ ਰਾਈਡਰਸ, ਤੇ ਮੈਂ ਕਿਹਾ ਹਾਊ ਦੇ ਲੁੱਕ, ਐਂਡ ਸ਼ੀ ਪ੍ਰੈਜ਼ੈਂਟ ਮੀ ਦਾ ਸੇਮ ਪਿਕਚਰ ਮੇਰੇ ਆਪਣੇ ਕਲੱਬ ਵਾਲਿਆਂ ਦੀ। ਹਾਂ, ਤੇ ਕਹਿੰਦੀ ਆਈ ਫੀਲ ਸੋ ਪ੍ਰਾਊਡ ਆਫ ਯੂ ਗਾਈਜ਼ ਟੂ ਕੀਪ ਇਟ ਦੈਟ ਪਾਵਰ ਐਂਡ ਸ਼ੋ ਦੈਟ ਯੂ ਆਰ ਟੂਗੈਦਰ। ਮੈਂ ਕਿਹਾ ਹਾਂ, ਇਹ ਕਲੱਬ ਦੀ ਪਾਵਰ ਹੈ। ਜਦੋਂ ਅਸੀਂ ਇਕੱਠੇ ਫਲਾਈ ਕਰਦੇ ਹਾਂ ਤੇ ਵੀ ਫੀਲ we have a unity, we feel we have a power। ਤੇ ਕਹਿੰਦੀ ਅਸੀਂ ਖੜੇ ਹੋ ਕੇ ਕਲੈਪ ਕੀਤਾ ਤੁਹਾਡੇ ਲਈ, I feel so proud of you, she told me that। ਤੇ I feel so much better। ਮੈਂ ਕਿਹਾ ਹਾਏ ਰੱਬਾ, ਮੈਂ ਮਿਸ ਕਰ ਗਈ, ਮੈਂ ਵੀ ਜਾਣਾ ਸੀ। ਠੀਕ ਹੈ। ਐਂਡ ਸਿੱਖ ਮੋਟਰਸਾਈਕਲ ਰਾਈਡਰਸ ਦੇ ਨਾਲ ਤੁਸੀਂ ਜੁੜੇ? ਹਾਂਜੀ, ਮੈਨੂੰ 4 ਜਿੱਦਾਂ ਐਜ਼ ਅ ਸੈਡ ਕਿ ਉੱਦਾਂ ਤੇ ਗਰੁੱਪ ਨੂੰ, ਕਲੱਬ ਨੂੰ ਜੁਆਇਨ ਕੀਤਿਆਂ ਨੂੰ 10 ਸਾਲ ਤੋਂ ਵੀ ਜ਼ਿਆਦਾ ਹੋ ਗਏ ਨੇ, ਬਟ ਐਜ਼ ਹੁਣ ਜਿੱਦਾਂ ਸਿੱਖ ਮੋਟਰਸਾਈਕਲ ਰਾਈਡਰਸ ਕਲੱਬ ਨੂੰ 4 ਕੁ ਸਾਲ ਹੋ ਗਏ ਆਪਣਾ ਬਣੇ ਨੂੰ। ਸੋ ਕਲੱਬ ਦੇ ਵਿੱਚ ਜਿੱਦਾਂ ਇੱਕ ਟਰਬਨ ਦੀ ਗੱਲ ਆਪਾਂ ਕੀਤੀ ਹੈ ਨਾ, ਟਰਬਨ ਦੇ ਨਾਲ ਇੱਕ ਸਾਡੀ ਹੋਰ ਹੀ ਪਹਿਚਾਣ ਹੋ ਗਈ ਹੈ। ਸੋ ਇੱਕ ਜਿਹੜਾ ਮੋਟਰਸਾਈਕਲਿਸਟ ਵੀ ਜਿੱਦਾਂ ਸਾਡੇ ਵੀਰ ਭਾਜੀ ਹੋਣੀ ਹੈਗੇ ਨੇ, ਦੇ ਫੀਲ ਮੋਰ ਪ੍ਰਾਊਡ
when they have their turban on and then they are riding the bike. ਤੇ ਕਲੱਬ ਦੇ ਵਿੱਚ ਜਿੱਦਾਂ ਸਾਨੂੰ ਇਦਾਂ ਹੁੰਦਾ ਵੀ ਡੂ ਫੈਮਿਲੀ ਇਟਸ ਮੋਰ ਲਾਈਕ ਅ ਫੈਮਿਲੀ ਬਣ ਜਾਂਦੀ ਹੈ ਇਟਸ ਨਾਟ ਲਾਈਕ ਯੂ نو ਦੇਰ ਡਿਫਰੈਂਟ ਪੀਪਲ ਇਟਸ ਮੋਰ ਲਾਈਕ ਅ ਫੈਮਿਲੀ ਵੀ ਚੈਟ ਔਨ ਦਾ ਯੂ نو ਗਰੁੱਪਸ ਵੀ ਅਸੀਂ ਇਕੱਠੇ ਹੁੰਦੇ ਸਾਡਾ ਹਰ ਸਾਲ ਇੱਕ ਫੈਮਿਲੀ ਗੈਟ ਟੂਗੈਦਰ ਹੁੰਦਾ ਆ ਪਹਿਲਾਂ ਕੀ ਹੁੰਦਾ ਸੀ ਸਿਰਫ ਓਨਲੀ ਮੇਲ used to go. Yeah. Just only the riders used to get together. But now from 2-3 years, the whole family goes. We take our kids with us as well, ताकि ਉਹਨਾਂ ਨੂੰ ਵੀ ਕੁਝ ਪਤਾ ਲੱਗੇ. So ਫਿਰ ਜਿੱਦਾਂ ਉਹਨਾਂ ਨੇ ਕੋਈ ਪਲਾਨ ਕਰਨਾ ਹੈ ਕਿ ਇਸ ਵੀਕਐਂਡ ਤੇ ਸਮਰ ਆ ਗਈ ਹੈ ਲੈਟਸ ਗੋ ਫॉर ਅ ਰਾਈਡ ਕਦੀ ਏਡਰੀ ਤੱਕ ਚਲੇ ਗਏ ਕਿਤੇ ਟਿਮ ਹਾਰਟਨ ਤੇ ਇੱਥੇ ਮਿਲ ਜਾਓ ਲੈਟਸ ਗੋ ਫॉर ਸੋ ਦੇ ਕੀਪ ਔਨ ਪਲਾਨਿੰਗ ਸੋ ਜਿੱਦਾਂ ਹੁਣ ਮੈਂ ਆਈ ਐਮ ਜਸਟ ਬਾਈ ਮਾਈ ਸੈਲਫ ਮਾਈ ਹਸਬੈਂਡ ਡਜ਼ਨਟ ਰਾਈਡ ਸੋ ਮੈਨੂੰ ਇਦਾਂ ਹੁੰਦਾ ਕਿ ਆਈ ਹੈਵ ਸਮਬਡੀ ਸੋ ਮੈਂ ਉਹਨਾਂ ਨੂੰ ਜੁਆਇਨ ਕਰਦੀ ਹਾਂ ਤੇ ਆਈ ਫੀਲ ਮੋਰ ਹੈਪੀ ਆਈ ਗੈਟ ਅ ਪਲੇਜ਼ਰ ਐਂਡ ਦੈਨ ਦੇ ਗਿਵ ਯੂ ਆਲ ਦ ਰਿਸਪੈਕਟ ਬੀਇੰਗ ਐਜ਼ ਅ ਵੂਮਨ ਦੇ ਉਹ ਸਾਨੂੰ ਕਹਿੰਦੇ ਕਿ ਤੁਸੀਂ ਅੱਗੇ ਚੱਲੋ ਸੋ ਨਗਰ ਕੀਰਤਨ ਦੇ ਵਿੱਚ ਹੁੰਦਾ ਦੇ ਆਰ ਲਾਈਕ no the females you penji tusi agge chalo Acha. so they give you all the respect That's sweet. so that is you know I'm very grateful to all of them like I never ever felt like I am out of the group I mean hamesha lagda I am part of this group and they are so supportive ਐਂਡ ਰੂਬੀ ਜੀ ਆਈਵ ਸੀਨ ਸਾਡੇ ਹੋਰ ਬਹੁਤ ਸਾਰੇ ਫਰੈਂਡਸ ਹੈ ਜਿਹੜੇ ਰਾਈਡਰਸ ਨੇ ਉਹ ਕਾਜ਼ ਲੈ ਕੇ ਚੱਲਦੇ ਆ ਜਿਹੜੇ ਕਲੱਬਸ ਹੈ ਕੋਈ ਨਾ ਕੋਈ ਭਲਾਈ ਦਾ ਕੋਈ ਸਰਵਿਸ ਦਾ ਰੀਜ਼ਨ ਜਿਹੜਾ ਉਹਨਾਂ ਨੂੰ ਮਿਲਦਾ ਹੋਵੇ ਕਿਹੜੀ ਕਾਜ਼ ਵਾਸਤੇ ਕਿਹੜੇ ਅਵੇਅਰਨੈਸ ਵਾਸਤੇ ਉਹ ਰਾਈਡ ਜਿਹੜੀ ਆ ਕਰ ਰਹੇ ਨੇ ਹਾਂਜੀ ਸੋ ਸੇਮ ਸਾਡਾ ਵੀ ਇਹਨਾਂ ਦੇ ਗਰੁੱਪ ਨੇ ਜਿੱਦਾਂ ਅਸੀਂ ਪਿੱਛੇ ਏਡਰੀ 'ਚ ਇੱਕ ਵਾਰੀ ਕੋਈ ਕਾਜ਼ ਸੀਗੀ ਉਹਨਾਂ ਨੂੰ ਅਸੀਂ ਰਿਪਰੈਜ਼ੈਂਟ ਕੀਤਾ ਸੀਗਾ ਫਿਰ ਅਸੀਂ ਹਰ ਸਾਲ 1 ਜਨਵਰੀ ਨੂੰ ਗੁਰਦੁਆਰਾ ਸਾਹਿਬ 'ਚ ਅਸੀਂ ਆਪਣਾ ਟੈਂਟ ਲਗਾਉਂਦੇ ਹਾਂ ਅਸੀਂ ਉੱਥੇ ਆਪਣੇ ਜੋ ਵੀ ਹੈ ਫੰਡਸ ਵਗੈਰਾ ਇਕੱਠੇ ਹੁੰਦੇ ਅਸੀਂ ਉਹਨਾਂ ਨੂੰ ਗੁਰਦੁਆਰਾ ਸਾਹਿਬ 'ਤੇ ਦਿੰਦੇ ਹਾਂ ਇਸ ਤਰ੍ਹਾਂ ਛੋਟੀਆਂ ਆਪਾਂ ਗੈਟ ਟੂਗੈਦਰਸ ਕਰਦੇ ਹਾਂ ਜਿਹੜੇ ਸਾਨੂੰ ਫੰਡਸ ਮਿਲਦੇ ਨੇ ਵੀ ਟਰਾਈ ਟੂ ਗਿਵ ਇਟ ਟੂ ਡੋਨੇਟ ਪੀਪਲ ਹੂ ਰੀਅਲੀ ਨੀਡ ਇਟ ਠੀਕ ਹੈ ਸੋ ਦੈਟਸ ਹਾਊ ਯੂ ਨੋ ਸੋ ਹੁਣੇ ਵੀ ਸਾਨੂੰ ਕੋਈ ਲਾਅ ਕੰਪਨੀ ਹੈਗੀ ਹੈ ਦੇ ਆਰ ਟਰਾਈਂਗ ਟੂ ਗਿਵ ਅਸ ਲਾਈਕ ਮੋਰ ਦੈਨ $1,000 ਔਰ ਸਮਥਿੰਗ ਐਂਡ ਦ ਗਰੁੱਪ ਇਜ਼ ਪਲੈਨਿੰਗ ਟੂ ਡੂ ਸਮਥਿੰਗ ਵਿਦ ਅ ਗੁੱਡ ਕਾਜ਼ ਆਫ ਦੈਟ ਮਨੀ ਯੂ ਐਗਰੀ ਹਾਂਜੀ ਬਿਲਕੁਲ ਅਸੀਂ 2 ਸਾਲ ਪਹਿਲਾਂ ਸਾਰੇ ਜਾਣੇ ਰਾਈਡ ਕਰਕੇ ਸੰਡਰੀ ਗਏ ਸੀਗੇ ਤੇ ਇਟ ਵਾਸ ਅ ਬਿਗ ਗੈਟ ਟੂਗੈਦਰ ਫॉर ਐਜ਼ ਅ ਬਾਈਕਰਸ ਸੋ ਉਹਦੇ ਲਈ ਸਾਨੂੰ ਪੁਲਿਸ ਨੇ ਵੀ ਸਕਾਟ ਕੀਤੀ ਉੱਥੇ ਤੱਕ ਪਹੁੰਚੇ ਇਟ ਵਾਸ ਆਨਰ ਕਿ ਦੇਖ ਕੇ ਕਿ ਉੱਥੇ ਲੋਕੀ ਸਾਡੇ ਲਈ ਪਹਿਲਾਂ ਹੀ ਖੜੇ ਸੀਗੇ ਤੇ ਇਹ ਬਹੁਤ ਵੱਡਾ ਉਪਰਾਲਾ ਸੀ ਜੀ ਸਾਡੇ ਗਰੁੱਪ ਵੱਲੋਂ ਕਿ ਇਹਨਾਂ ਨੇ ਕਾਫੀ ਵੱਡਾ ਚੈੱਕ ਜਾ ਕੇ ਮਨੀ ਦਾ ਚੈੱਕ ਜਾ ਕੇ ਇਹਨਾਂ ਨੇ ਸਿਟੀ ਵਾਲਿਆਂ ਨੂੰ ਦਿੱਤਾ and they felt so proud and they even have a very good speech about Sikhism and they really was feeling not be left over ਕਿਉਂਕਿ ਥੋੜਾ ਜਿਹਾ ਹਾਂਜੀ ਬਹੁਤ ਅੱਛਾ ਸੀ the way it was such a good moment ਉਹ ਵੀ ਇੱਕ ਆਨਰ ਹੈ ਮੈਨੂੰ ਇਹ ਲੱਗਦਾ ਕਿ ਜਿਹੜਾ ਛੋਟੇ ਉਪਰਾਲਿਆਂ ਦੇ ਨਾਲ ਆਪਾਂ ਕਿਸੇ ਦੇ ਕੰਮ ਆ ਰਹੇ ਹਾਂ ਜਾਂ ਕਿਸੇ ਲਈ ਕੁਝ ਕਰ ਰਹੇ ਹਾਂ ਇਹ ਇੱਕ ਸਿੱਖ ਕਮਿਊਨਿਟੀ ਦੀ ਹੋਂਦ ਦੀ ਇਸ ਚੀਜ਼ ਤੋਂ ਬਣੀ ਹੈ ਜੀ ਇਸ ਚੀਜ਼ ਨੂੰ ਆਪਾਂ ਅੱਗੇ ਲੈ ਕੇ ਚੱਲੀਏ ਇੱਥੋਂ ਹੀ ਛੋਟੇ ਹੰਬਲਸ ਦੇ ਨਾਲ ਹੀ ਆਪਾਂ ਆਪਣੀ ਸਿੱਖ ਕਮਿਊਨਿਟੀ ਦੀ ਅੱਗੇ ਜਾਂ ਇਹਦੀ ਕਹਿ ਸਕਦੇ ਹਾਂ ਇੱਕ ਪਹਿਚਾਣ ਜਿਵੇਂ ਭੈਣ ਜੀ ਕਹਿ ਰਹੇ ਸੀਗੇ ਕਿ ਸਿੱਖ ਜਦੋਂ ਇੱਕ ਦਸਤਾਰ ਬੰਨ੍ਹਦਾ ਇੱਕ ਬਾਈਕ ਦੇ ਉੱਤੇ ਬੈਠ ਕੇ ਮੈਂ ਜਦੋਂ ਦਸਤਾਰ ਸਜਾਈ ਮੇਰੇ ਮਦਰ ਇਨ ਲਾ ਅੰਮ੍ਰਿਤ ਛਕਿਆ ਹੋਇਆ ਉਹਨਾਂ ਦਾ ਜੀ ਉਹਨਾਂ ਨੇ ਜਦੋਂ ਮੇਰੇ ਪਹਿਲੀ ਵਾਰੀ ਦਸਤਾਰ ਸਜਾਈ ਮੈਨੂੰ ਕਹਿੰਦੇ ਪਰਮਿੰਦਰ ਆਈ ਰੀਅਲੀ ਵਿਸ਼ ਕਿ ਤੂੰ ਇੱਦਾਂ ਹੀ ਰਹੇ ਤੇ ਮੈਂ ਕਿਹਾ ਮੰਮੀ ਇਹ ਜਦੋਂ ਪਰਮਾਤਮਾ ਦੀ ਕਿਰਪਾ ਹੋਊਗੀ ਉਦੋਂ ਹੀ ਹੁੰਦਾ ਚਲੋ ਮੈਂ ਉਹ ਦਿਨ ਰਾਈਡ ਕੀਤਾ ਐਂਡ ਜਦੋਂ ਵੀ ਆਪਣੇ ਆਪ ਨੂੰ ਮੈਂ ਮਿਰਰ 'ਚ ਦੇਖਿਆ ਆਈ felt that power pride ਹਾਂਜੀ it was something different which you could not explain ਹਾਂਜੀ ਸਾਡੀ ਕੁਝ ਲਿਸਨਰਸ ਟੈਕਸਟ ਮੈਸੇजेस ਵੀ ਭੇਜ ਰਹੇ ਆ ਮੈਨੂੰ ਲੱਗਦਾ ਤੁਸੀਂ ਜਾਣਦੇ ਵੀ ਹੋਵੋਗੇ ਇਹਨਾਂ ਨੂੰ ਸਨੀ ਸਵੈਚ ਉਹ ਆਪ ਰਾਈਡਰ ਨੇ ਤੇ ਉਹਨਾਂ ਨੇ ਕਿਹਾ ਕਿ ਦੋਵੇਂ ਭੈਣਾਂ ਅਮੇਜ਼ਿੰਗ ਰਾਈਡਰਸ ਹੈਗੀਆਂ ਤੇ ਇਹਨਾਂ ਦੇ ਵਿਚਾਰਾਂ ਦੀ ਸਾਂਝ ਪਵਾਉਣ ਲਈ ਗੁਰਪ੍ਰੀਤ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਦੈਟਸ ਸੋ ਨਾਈਸ ਆਫ ਹਿਮ ਜੀ ਸੋ ਸਾਡੇ ਕੋਲ ਇੱਕ ਸਵਾਲ ਵੀ ਆਇਆ ਕਹਿੰਦੇ ਕਿ ਤੁਸੀਂ ਇਹ ਦੱਸੋ ਕਿ ਤੁਸੀਂ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਚਲਾਉਣ ਬਾਰੇ ਕਿਹੋ ਜਿਹਾ ਫੀਲ ਕਰਦੇ ਹੋ ਉਹਨਾਂ ਨੂੰ ਸਿਖਾਓਗੇ ਜਾਂ ਚਲਾਉਣ ਦਿਓਗੇ ਇਹ ਮੈਂ ਡਾਊਟ ਕਰਦੀ ਮੇਰੀ ਬੇਟੀ ਹੋਣੀ ਹੈ ਜੀ ਪੁੱਛਣ ਵਾਲੀ ਅੱਛਾ ਕਿਉਂਕਿ ਉਹਨੂੰ ਵੀ ਬਹੁਤ ਸ਼ੌਂਕ ਆ ਮੇਰੇ ਹਸਬੈਂਡ ਹਮੇਸ਼ਾ ਕਹਿੰਦੇ ਆ ਕਿ ਉਹ ਬੈਠੀ ਵੀ ਬਹੁਤ ਸੋਹਣੀ ਲੱਗਦੀ ਹੈ ਇਟਸ ਲਾਈਕ your personality you carry one different personality on bike ਤੇ ਉਹ ਮੈਨੂੰ ਕਹੂਗੀ ਮਮਾ ਦੇਖੋ ਮੇਰੇ ਪੈਰ ਵੀ ਲੱਗਦੇ ਆ ਇੱਦਾਂ ਵੀ ਨਹੀਂ ਹੈਗਾ ਕਿ ਮੈਂ ਨਹੀਂ ਬੈਠ ਸਕਦੀ ਇੱਕ ਇਹ ਸ਼ਾਰਟ ਹਾਈਟ ਔਰ ਲੌਂਗ ਹਾਈਟ ਦਾ ਵੀ ਕੰਸੈਪਟ ਲੋਕਾਂ 'ਚ ਬਹੁਤ ਹੈਗਾ ਇਹ ਬਹੁਤ ਕਿਉਂਕਿ ਹੈਵੀ ਹੋਣ ਕਰਕੇ ਤੁਹਾਡੇ ਯੂ ਹੈਵ ਟੂ ਬੀ ਪੁੱਟ strong grip
ਅੱਛਾ ਇਹ ਤੁਹਾਡਾ ਕੰਟਰੋਲ ਤੁਹਾਡੀ ਬਾਡੀ ਦੇ ਨਾਲ ਤੁਹਾਡੀ ਲੈਗ ਸ਼ਾਰਟੇਜ ਜਾਂ ਕਹਿ ਦਿਓ ਹਾਈਟ ਸ਼ਾਰਟੇਜ ਦਾ ਵੀ ਕਾਫੀ ਕਨਸੈਪਟ ਹੈ ਹੂੰ ਇਸ ਚੀਜ਼ ਦੇ ਵਿੱਚ। ਹਾਂਜੀ ਬੱਚੇ ਚਲਾ ਸਕਦੇ ਆ, ਜਿੰਨੀ ਮੈਂ ਆਪਣੀ ਇਹ ਕਹਿਣਾ ਚਾਹੂੰਗੀ ਕਿ ਇੱਕ ਪੇਰੈਂਟਸ ਲਈ ਇਹ ਬਹੁਤ ਇੰਪੋਰਟੈਂਟ ਹੈ ਕਿ ਉਹਨਾਂ ਦੇ ਬੱਚੇ ਸੇਫ ਹੋਣ। ਜਦੋਂ ਤੁਸੀਂ ਰਾਈਡ ਕਰ ਰਹੇ ਹੋ ਜਾਂ ਮੈਨੂੰ ਪਤਾ ਹੈ ਕਿ ਮੇਰੇ ਬੱਚੇ ਨੇ ਸਿੱਖਿਆ ਉਹ ਸੇਫ ਰਾਈਡ ਕਰ ਰਿਹਾ, ਪਰ ਮੈਨੂੰ ਉਸ ਦਾ ਨਹੀਂ ਪਤਾ ਜਿਹੜਾ ਬੰਦਾ ਉਹਦੇ ਨਾਲ ਸੈਕੰਡ ਲਾਈਨ ਦੇ ਵਿੱਚ ਹੈ। ਇਹ ਬੇਸਿਕਲੀ ਆਈ ਨੋ ਦਿਸ ਪਰਸਨ, ਦਿਸ ਹੈਪਨ ਵਿਦ ਮਾਈ ਵਨ ਆਫ ਫਰੈਂਡ। ਉਹ ਬਾਈਕ ਚਲਾ ਰਿਹਾ ਹੈ, ਉਸੇ ਲਾਈਨ ਦੇ ਵਿੱਚ ਆ ਕੇ ਆਪਣੀ ਪੰਜਾਬੀ ਲੇਡੀ ਨੇ ਕਾਰ ਖੜੀ ਕੀਤੀ ਆ ਉਹਦੇ ਬਰਾਬਰ ਬਾਈਕ ਦੇ No, we cannot. ਸੇਮ ਲਾਈਨ ਦੇ ਵਿੱਚ, ਐਂਡ ਹੀ ਵਾਸ ਲਾਈਕ shocked. He was shocked. Definitely if it's me, I must be shocked. ਇੱਕ ਕਿਵੇਂ ਹੈ, ਕੀ ਹੋਇਆ? ਹਾਂ ਕੀ ਹੋਇਆ? ਔਰ ਉਹ ਜਦੋਂ ਬਰਾਬਰ ਲਿਆ ਕੇ ਉਹਨੇ ਗੱਡੀ ਖੜੀ ਕੀਤੀ ਔਰ ਹੀ ਡਿਡ ਨਾਟ ਇਵਨ ਡਿਡ ਆਈ ਕੰਟੈਕਟ ਔਰ ਐਨੀਥਿੰਗ। ਕਈ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਬਾਈਕ ਹੈਵ ਅ ਫੁੱਲ ਏਰੀਆ ਐਜ਼ ਲਾਈਕ ਅ ਕਾਰ ਹੈਵ ਇਟ, ਤੁਸੀਂ ਉਹਦੇ ਨਾਲ ਸ਼ੇਅਰ ਨਹੀਂ ਕਰ ਸਕਦੇ। ਬਿਲਕੁਲ ਬਿਲਕੁਲ। ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਤੁਹਾਡੀ ਨੌਲੇਜ ਬੁੱਕ ਹੈ ਉਹਦੇ ਵਿੱਚ ਬਾਈਕਰਸ ਲਈ ਔਰ ਈਦਰ ਉਹਦੇ ਵਿੱਚ ਟਰੱਕਸ ਦੇ ਲਈ ਵੀ ਤੁਹਾਨੂੰ ਬੇਸਿਕ ਨੌਲੇਜ ਜ਼ਰੂਰ ਪਾਉਣੀ ਚਾਹੀਦੀ ਹੈ। ਲੋਕਾਂ ਨੂੰ ਕਿਸੇ ਇਸ ਗੱਲ ਦਾ ਸਿਰਫ ਕਲਾਸ 5 ਦਾ ਲਾਇਸੈਂਸ ਲੈ ਕੇ ਸਟੀਅਰਿੰਗ ਫੜ ਕੇ ਇਹ ਸਮਝ ਲੈਂਦੇ ਆ ਕਿ ਵੀ ਆਰ ਗੁੱਡ, ਪਰ ਜਿਹੜਾ ਬੰਦਾ 2 ਵੀਲ ਦੇ ਉੱਤੇ ਆ ਉਹਦੇ ਲਈ ਤੁਹਾਨੂੰ ਆਪ ਆਪਣੀ ਸੇਫਟੀ ਦਿਖਾਉਣੀ ਪੈਂਦੀ ਹੈ। ਤੁਸੀਂ everybody needs to be home in the evening, everybody have a families. ਮੈਨੂੰ ਇਹ ਪਤਾ ਹੈ ਕਿ ਜੇ ਮੇਰੀ ਬੇਟੀ ਚਲਾਉਗੀ ਸ਼ੀ ਇਜ਼ ਗੁੱਡ, ਬਟ ਮੈਨੂੰ ਇਹ ਨਹੀਂ ਪਤਾ ਕਿ ਕਿਹੜਾ ਆ ਕੇ ਉਹਨੂੰ ਮਾਰ ਜੂਗਾ। ਕਈ ਵਾਰੀ ਡਰਾਈਵਰਸ ਦੀ ਨਹੀਂ ਗਲਤੀ ਹੁੰਦੀ, ਜਿਹੜਾ ਕੋਲੋਂ ਲੰਘਦਾ ਉਹ ਹੀ ਨਹੀਂ ਕੰਟਰੋਲ ਕਰਕੇ ਆਪਣੇ ਦੇਖਦਾ। ਸੋ ਕਿਤੇ ਨਾ ਕਿਤੇ ਪੇਰੈਂਟ ਦਾ ਆਪਣੇ ਬੱਚਿਆਂ ਪ੍ਰਤੀ ਫੀਅਰ ਵੀ ਹੁੰਦਾ ਹੈ। ਓਕੇ ਰੂਬੀ ਤੁਸੀਂ ਕੀ ਸੋਚਦੇ ਹੋ? ਹਾਂਜੀ ਸੇਮ ਥਿੰਗ ਜੀ, ਮੇਰੇ ਬੱਚੇ ਮੈਨੂੰ ਕਹਿੰਦੇ ਰਹਿੰਦੇ ਨੇ ਕਿ ਵੀ ਵਾਂਟ ਟੂ ਗੈਟ ਇਨਟੂ ਦੈਟ ਟੂ, ਬਟ ਇੱਕ ਸੇਮ ਮੇਰੇ 'ਚ ਵੀ ਫੀਅਰ ਹੈਗਾ ਕਿ ਕਿਉਂਕਿ ਆਈ ਥਿੰਕ ਕਿਡਸ ਜਿਹੜੇ ਨਾ ਦੇ ਆਰ ਮੋਰ ਇਨਟੂ ਥ੍ਰਿਲ ਐਂਡ ਸਪੀਡਿੰਗ। So speeding and thrill, they cannot go together. Speeding and thrill means you're killing yourself because they're not that responsible. ਉਹਨਾਂ ਵਾਸਤੇ it's kind of a toy for them. So ਉਹਨਾਂ ਨੂੰ ਲੱਗਦਾ ਹੈ ਕਿ we got this, let's fly. ਤੇ which is fear in parents. ਹਾਂ ਫਿਰ ਉਹਨਾਂ ਨੂੰ ਜ਼ਿੰਮੇਵਾਰੀ ਦੇਣੀ ਪੈਣੀ ਹੈ। once they get ਜ਼ਿੰਮੇਵਾਰੀ ਹੈ ਨਾ, ਫਿਰ then you are, ਹੁਣ ਅਸੀਂ ਇਸ ਏਜ ਹੈਗੇ ਆ, ਹੁਣ ਸਾਨੂੰ ਲੱਗਦਾ ਹੈ ਕਿ we are pretty responsible, we know what we are doing. ਹੁਣ ਸਾਨੂੰ ਪਤਾ ਹੈ ਕਿ ਅਸੀਂ ਬਲਾਈਂਡ ਸਪੌਟ ਦੇ ਪਿੱਛੇ ਨਹੀਂ ਜਾਣਾ, ਠੀਕ ਹੈ। ਉਹ ਦੇ ਵਿਲ ਨਾਟ ਕੇਅਰ, ਕਿਡਸ ਵਿਲ ਨਾਟ ਕੇਅਰ। ਉਹਨਾਂ ਨੂੰ ਲੱਗੇਗਾ ਲੈ ਵੀ ਸਾਡੇ ਵਰਗਾ ਤੇ ਕੋਈ ਹੈ ਹੀ ਨਹੀਂ ਹੈ। ਸੋ they need to know couple things, ਇਸ ਕਰਕੇ ਉਹਨਾਂ ਨੂੰ ਮੈਂ ਵੀ ਨਹੀਂ ਹਾਲੇ ਲੈਣ। ਸੋ ਮੈਨੂੰ ਲੱਗਦਾ ਤੁਹਾਡੀਆਂ ਗੱਲਾਂ ਸੁਣ ਕੇ ਕਿ ਵੀ ਇਹਨਾਂ ਵਾਸਤੇ ਖਾਸ ਤੌਰ ਤੇ ਨੌਜਵਾਨ ਭਾਵੇਂ ਕਿ ਉਹ ਐਡਲਟ ਹੋ ਗਏ ਨੇ, there's a right time for everything. Yes. They will come. My daughter wants to be, she's like ਹਾਲੇ ਉਹ ਪੜ੍ਹ ਰਹੀ ਹੈ, she's like mom when I finish my study I want to, ਮੈਂ ਉਹਨੂੰ ਕਹਿੰਦੀ yes you will, you need to take a proper training. So once you have a proper training you take some smaller bike ਜੀ, ਕਿਉਂਕਿ ਬਾਈਕ ਵੀ ਸਟਰੋਂਗ ਹੈਵੀ ਨਹੀਂ ਹੋਣਾ ਚਾਹੀਦਾ। ਸੋ ਮੈਂ ਹੋਰ ਲਿਸਨਰਸ ਨੂੰ ਵੀ ਇਹੀ ਕਹਾਂਗੀ ਕਿ ਇਫ ਯੂ ਗੈਟ ਸਮਥਿੰਗ ਦਿਸ ਲਾਇਸੈਂਸ, ਗੋ ਵਿਦ ਦ ਸਮਾਲਰ ਬਾਈਕ ਫਸਟ, ਡੋਂਟ ਗੋ ਵਿਦ ਅ ਹੈਵੀ ਬਾਈਕ। ਸੋ ਜਦੋਂ ਤੁਸੀਂ 2 ਸਾਲ ਬਾਅਦ ਕੰਫਰਟੇਬਲ ਹੋ ਜਾਓ, ਦੈਨ ਯੂ ਕੈਨ ਗੋ ਫॉर ਹੈਵੀ ਬਾਈਕਸ, ਵਾਟ ਐਵਰ ਯੂ ਫੀਲ, ਜਿਹੜਾ ਵੀ ਤੁਹਾਡਾ ਡ੍ਰੀਮ ਹੈਗਾ ਬਾਈਕ ਕਰਨ। ਹਾਂ ਬਿਲਕੁਲ, ਮੁੰਡੇ ਕੁੜੀਆਂ ਸੁਣ ਰਹੇ ਆ ਸਾਨੂੰ। ਹਾਂਜੀ ਸੋ ਮੋਟਰਸਾਈਕਲ ਸੇਫਟੀ ਅਵੇਅਰਨੈਸ ਮੰਥ ਮੇ ਦੇ ਵਿੱਚ ਮਨਾਇਆ ਜਾਂਦਾ ਹੈ, ਜਿਹੜਾ ਕਿ ਅਸੀਂ ਵੈਸੇ ਤਾਂ ਗਰਮੀਆਂ ਦੇ ਵਿੱਚ ਕਿਉਂਕਿ ਜ਼ਿਆਦਾ ਮੋਟਰ ਬਾਈਕ ਚਲਾਉਣ ਵਾਲੇ ਵੇਖਦੇ ਹਾਂ, ਸਾਲ ਭਰ ਯਾਦ ਰੱਖਣੀਆਂ ਹੁੰਦੀਆਂ ਇਹ ਚੀਜ਼ਾਂ, ਪਰ ਇਟ ਇਜ਼ ਜਸਟ ਅ ਰਿਮਾਈਂਡਰ ਸਪੈਸ਼ਲੀ ਇਨ ਦ ਬਿਗਨਿੰਗ ਆਫ ਦ ਸੀਜ਼ਨ। ਰੂਬੀ ਜੀ ਤੁਹਾਡੇ ਤੋਂ ਸ਼ੁਰੂਆਤ ਕਰਾਂਗੇ, ਵਾਟ ਵੁੱਡ ਯੂ ਲਾਈਕ ਟੂ ਸੇ, ਜਿਹੜੇ ਕਿ ਆਲਰੇਡੀ ਲਾਇਸੈਂਸ ਲੈ ਚੁੱਕੇ ਆ ਮੋਟਰ ਬਾਈਕਸ ਦਾ, ਚਲਾਉਣਾ ਉਹਨਾਂ ਨੇ, ਕਈ ਤਾਂ ਐਕਸਪੀਰੀਅੰਸ ਹੋਣਗੇ ਉਹਨਾਂ ਨੂੰ ਪਤਾ ਹੈ, ਪਰ ਜਿਹੜੇ ਨਵੇਂ ਨੇ ਕੀ ਕਹਿਣਾ ਚਾਹੋਗੇ? ਚਾਹੇ ਉਹ ਐਕਸਪੀਰੀਅੰਸ ਵੀ ਹੈਗੇ ਨੇ, ਨਵੇਂ ਵੀ ਹੈਗੇ ਨੇ। ਇੱਕ ਪਹਿਲਾਂ ਕਿ ਤੁਸੀਂ ਆਪਣਾ ਪ੍ਰੀ ਟ੍ਰਿਪ ਕਰੋ ਮੋਟਰਸਾਈਕਲ ਦਾ। ਜਦੋਂ ਤੁਸੀਂ ਮੋਟਰਸਾਈਕਲ ਬਾਹਰ ਲੈ ਕੇ ਆਉਂਦੇ ਹੋ ਗਰਾਜ 'ਚੋਂ ਜਾਂ ਕਿਤੋਂ, ਜਸਟ ਵਾਕ ਅਰਾਊਂਡ ਇਟ, ਉਹਨੂੰ ਦੇਖੋ ਕਿ ਟਾਇਰਸ ਦਾ ਪ੍ਰੈਸ਼ਰ ਠੀਕ ਹੈ, ਤੁਹਾਡੇ ਉਹਦੇ 'ਚ ਗੈਸ ਪੂਰੀ ਹੈਗੀ ਹੈ, ਐਂਡ ਦੈਨ ਯੂ ਸਟਾਰਟ ਦੈਟ ਬਾਈਕ। ਤੁਹਾਨੂੰ ਥੋੜ੍ਹੇ ਬਹੁਤੇ ਟਿਪਸ ਪਤਾ ਹੋਣੇ ਚਾਹੀਦੇ, ਆਇਲ ਵਗੈਰਾ ਚੈੱਕ ਕਰਨ ਦਾ ਤੁਹਾਨੂੰ ਆਈਡੀਆ ਹੋਣਾ ਚਾਹੀਦਾ ਹੈ। ਦੈਨ ਇਟ ਕਮਸ ਟੂ ਯੂਰ ਗੇਅਰਸ ਜੀ। ਸੋ ਹੈਲਮਟ ਸਪੈਸ਼ਲੀ, ਆਈ ਨੋ ਅਸੀਂ ਜਿਹੜੇ ਸਿੱਖ ਰਾਈਡਰਸ ਨੇ ਉਹ ਟਰਬਨ ਪਾਉਂਦੇ ਨੇ, ਅਤੇ ਵੂਮੈਨ ਜਿਨ੍ਹਾਂ ਨੇ ਵੀ ਟਰਬਨ ਜੇ ਪਾ ਕੇ ਵੀ ਚਲਾਉਣਾ ਆ, ਅਤੇ ਉਹਨਾਂ ਦੀ ਟਰਬਨ ਮਿਨੀਮਮ 5 ਮੀਟਰ ਹੋਣੀ ਚਾਹੀਦੀ ਹੈ।
ਤੇ ਪਰ ਜਿੱਦਾਂ ਜੇ ਅਸੀਂ ਲੌਂਗ ਰਾਈਡਸ ਤੇ ਜਾਂਦੇ ਆ ਆਈ ਵੁੱਡ ਸੇ ਕਿ ਪਲੀਜ਼ ਵੇਅਰ ਹੈਲਮਟਸ ਵੀ ਫੁੱਲੀ ਕਵਰਡ ਹੋਣੀਆਂ ਚਾਹੀਦੀਆਂ ਤੁਹਾਡਾ ਫੇਸ ਜਿਹੜਾ ਹੈਲਮਟ ਨਾਲ ਕਵਰ ਹੋਣਾ ਚਾਹੀਦਾ ਹੈ। ਹੁਣ ਜੇ ਤੁਸੀਂ ਦੇਖੋ ਕੋਈ ਡੈਬਰਿਸ ਤੁਹਾਡੇ ਆ ਕੇ ਪੈਂਦੀ ਹੈ ਕਾਰ ਤੇ ਪੈਂਦੀ ਹੈ ਐਂਡ ਇਟ cracks your windshield ਸੱਚੀ and can you imagine if it goes onto your face or eye or something how can bad that be? Yeah. So make sure try to fully covered your helmet ਵਾਲੀ ਉਹ ਤੁਸੀਂ ਬਾਏ ਕਰੋ and then it comes to your gloves make sure ਤੁਹਾਡੀ fingers ਸਾਰੀਆਂ covered ਹੋਣ then you're wearing a proper jacket ਕੁਛ ਮਿਲਦੀਆਂ ਜਿਨ੍ਹਾਂ ਦੇ arms ਦੇ ਨੀਚੇ ਕਵਰ ਲੱਗੇ ਹੁੰਦੇ ਨੇ so make sure that you have that kind of a jacket then it comes to your pants leather pants ਹੋਣੀਆਂ ਚਾਹੀਦੀਆਂ ਉੱਪਰ so that ਜੇ ਤੁਸੀਂ by chance ਕਿਤੇ ਗਿਰਦੇ ਹੋ you're covered with that then comes your shoe and shoes make sure that you know your ankles are covered so that's what it is about your gears then ਜੇ ਤੁਸੀਂ ਕਿਤੇ ਬਾਹਰ ਜਾਣ ਦਾ ਸੋਚਦੇ ਹੋ make sure you check the weather conditions ਇਹ ਨਾ ਹੋਵੇ ਤੁਸੀਂ ਘਰੋਂ ਚੱਲੋ ਜਿੱਦਾਂ ਸਾਡਾ ਕੈਲਗਰੀ ਦਾ ਵੈਦਰ ਹੈ ਜਿੱਦਾਂ ਹੁਣ ਮੈਂ ਘਰੋਂ ਚੱਲੀ ਸੀ ਇਟ ਵਾਸ ਫਾਈਨ ਬਟ ਬਾਈ ਦ ਟਾਈਮ ਆਈ ਰੀਚ ਟੂ ਯੂ ਇਟ ਵਾਸ ਰੇਨਿੰਗ ਸੋ ਉਹ ਜ਼ਰੂਰ ਆਪਣੀ ਤੁਸੀਂ ਬਾਈਕ ਚਲਾ ਕੇ ਆਏ ਹੋ? ਨਹੀਂ ਮੈਂ ਬਾਈਕ ਚਲਾ ਕੇ ਨਹੀਂ ਆਈ ਮੈਂ ਕਾਰ ਤੇ ਆਈ ਹਾਂ ਬਟ ਆਮ ਜਸਟ ਸੇਇੰਗ ਇਟ ਕੈਨ ਵੈਦਰ ਯੂ ਨੋ ਹਾਊ ਇਟ ਇਜ਼ ਇਨ ਕੈਲਗਰੀ unpredictable so it can happen any time so make sure ਕਰੋ ਕਿ ਤੁਸੀਂ ਵੈਦਰ ਕੰਡੀਸ਼ਨਸ ਦੇਖੋ ਜਿੱਥੇ ਤੁਸੀਂ ਜਾਣਾ ਆ ਉਹਦਾ ਤੁਹਾਨੂੰ ਥੋੜਾ ਬਹੁਤਾ ਆਈਡੀਆ ਹੋਵੇ ਕਿ ਉਹਦੀ ਡਾਇਰੈਕਸ਼ਨਸ ਤੁਹਾਨੂੰ ਪਤਾ ਹੋਣ ਤਾਂ ਕਿ ਕਈ ਵਾਰੀ ਇਦਾਂ ਹੁੰਦਾ ਸਾਡਾ ਫੋਨ ਅਨਰੀਚੇਬਲ ਹੋ ਜਾਂਦਾ ਕੁਝ ਪਲੇਸਿਸ ਤੇ ਸਰਵਿਸ ਨਹੀਂ ਆਉਂਦੀ ਹੈਗੀ ਸੋ ਜੇ ਤੁਹਾਨੂੰ ਕਿਤੇ ਗੱਲ ਕਰਨੀ ਪਵੇ ਤੁਸੀਂ ਕਰ ਨਹੀਂ ਸਕੋਗੇ ਸੋ ਮੇਕ ਸ਼ੋਰ ਯੂ ਮੇਕ ਅ ਮੈਪ ਵਿਦ ਯੂ ਬਿਫੋਰ ਯੂ ਲੀਵ ਯੋਰ ਹਾਊਸ ਇਫ ਯੂ ਆਰ ਗੋਇੰਗ ਫॉर ਦ ਲੌਂਗ ਰਾਈਡਸ ਅਦਰ ਦੈਨ ਦੈਟ ਵੈਨ ਯੂ ਆਰ ਔਨ ਦ ਰੋਡ ਮੇਕ ਸ਼ੋਰ ਕਰੋ ਕਿ ਤੁਸੀਂ ਆਪਣੇ ਆਪ ਨੂੰ ਲੋਕਾਂ ਦੀ ਬਲਾਈਂਡ ਸਪੌਟਸ ਦੇ ਪਿੱਛੇ ਕਵਰ ਨਾ ਕਰੋ ਟਰਾਈ ਕਰੋ ਤੁਸੀਂ ਆਪਣੇ ਬਾਈਕਸ ਉਦੋਂ ਕੱਢੋ ਜਦੋਂ ਉਹ ਸਿਟੀ ਵਾਲੇ ਸਾਰੀ ਕਲੀਨ ਅਪ ਕਰ ਦਿੰਦੇ ਨੇ ਦੇਰ ਇਜ਼ ਨੋ ਗ੍ਰੈਵਲ ਔਨ ਦ ਰੋਡ ਕਿਉਂਕਿ ਇੱਕ ਜਰਾ ਜੀ ਵੀ ਗ੍ਰੈਵਲ ਤੁਹਾਡੀ ਟਾਇਰ ਨੂੰ ਇੰਬੈਲੈਂਸ ਕਰ ਸਕਦੀ ਹੈ ਸੋ ਮੇਕ ਸ਼ੋਰ ਕਰੋ ਕਿ ਤੁਸੀਂ ਉਦੋਂ ਜਾਓ ਰੋਡ ਤੇ ਜਦੋਂ ਸਾਰਾ ਕਲੀਨ ਕਰ ਦਿੰਦੇ ਨੇ ਫਿਰ ਜਦੋਂ ਤੁਸੀਂ ਰੋਡ ਤੇ ਹੈਗੇ ਹੋ ਤੁਹਾਡੀ ਡੋਂਟ ਵੀਵ ਇਨਟੂ ਦ ਲੇਨ ਸੋ ਜਸਟ ਸਟੇ ਔਨ ਯੋਰ ਓਨ ਸਾਈਡ ਐਂਡ ਵੈਨ ਯੂ ਆਰ ਡੂਇੰਗ ਦ ਲੇਨ ਚੇਂਜ ਇਟ ਇਜ਼ ਸੇਮ ਥਿੰਗ ਵੈਨ ਯੂ ਆਰ ਡਰਾਈਵਿੰਗ ਯੋਰ ਕਾਰ ਸੋ ਲੇਨ ਚੇਂਜ ਕਰੋ ਮੇਕ ਸ਼ੋਰ ਯੂ ਗਿਵ ਪ੍ਰੋਪਰ ਸਿਗਨਲ ਯੂ ਡੂ ਯੋਰ ਸ਼ੋਲਡਰ ਚੈੱਕ ਐਂਡ then get into that side so lane changing is very very important and try to stay in your speed limits don't go over your speed posted speed to upar na jao that's I think pretty much I covered everything very nice so that's I can tell she's from driving school that makes a big difference things on tips it's on tips ਅੱਛਾ ਪਰਮਿੰਦਰ ਜੀ ਤੁਸੀਂ ਦੱਸਣਾ ਚਾਹੋਗੇ ਕਿ ਜਿਵੇਂ ਸਾਡੇ ਸੁਣਨ ਵਾਲਿਆਂ ਚੋਂ ਇਸ ਵੇਲੇ ਮੁੰਡੇ ਕੁੜੀਆਂ ਦਾ ਦਿਲ ਤਾਂ ਹੋਊਗਾ ਕਿ ਅਸੀਂ ਵੀ ਮੋਟਰਸਾਈਕਲ ਚਲਾਈਏ ਟ੍ਰੇਨਿੰਗ ਲੈਣੀ ਇੰਪੋਰਟੈਂਟ ਹੈ ਟ੍ਰੇਨਿੰਗ ਸਕੂਲਸ ਆਪਣੇ ਕੋਲ ਇਨਫ ਹੈਗੇ ਆ ਹਾਂਜੀ ਕਾਫੀ ਨੇ ਇੱਥੇ ਦੇ ਆਰ ਆਲ ਡਿਫਰੈਂਟ ਏਰੀਆਜ਼ ਜਿੱਥੋਂ ਅਸੀਂ ਲਿਆ ਸੀ ਉਹਦਾ ਹੈਗਾ ਜੀ ਸ਼ਨੂਕ ਡਰਾਈਵਿੰਗ ਮੋਟਰ ਡਰਾਈਵਿੰਗ ਸਕੂਲ ਵਿਚ ਇਜ਼ ਅਰਾਊਂਡ ਬਲੈਕਫੁੱਟ ਦੇ ਉੱਤੇ ਹੈਗੇ ਦੇ ਆਰ ਵੈਰੀ ਨਾਈਸ ਉਹਨਾਂ ਦੀ 1 ਵੀਕ ਦੀ ਟ੍ਰੇਨਿੰਗ ਹੁੰਦੀ ਹੈ ਯੂ ਹੈਵ ਟੂ ਬੀ ਦੇਅਰ ਫॉर 5 days ਉਸ ਤੋਂ ਬਾਅਦ ਤੁਸੀਂ ਆਪਣਾ ਰੋਡ ਟੈਸਟ ਦਿੰਦੇ ਹੋ ਇਫ ਯੂ ਆਰ ਨਾਟ ਕਲੀਅਰ ਦੈਨ ਦੇ ਕਲੀਅਰ ਆਊਟ ਯੂਰ ਅਦਰ ਵੇਜ਼ ਯੂਰ ਪੁਆਇੰਟਸ ਉਸ ਤੋਂ ਬਾਅਦ ਤੁਸੀਂ ਦੁਬਾਰਾ ਦਿਓ ਵਿਚ ਇਜ਼ ਫਸਟ ਅਟੈਂਪਟ ਉੱਤੇ ਤਾਂ ਕੋਈ ਪਾਸ ਕਰਦਾ ਸੈਕੰਡ ਇਜ਼ ਮੈਨੂੰ ਤੇ ਮੇਰੀ ਵਾਰੀ ਤਾਂ ਫਸਟ ਦੇ ਉੱਤੇ ਕਹਿੰਦਾ ਸੀਗਾ ਕਹਿੰਦਾ you did well that's all but I will say another time ਅੱਛਾ okay ਕੱਲ ਨੂੰ ਫੇਰ ਆ ਜਾਾਂਗੇ ਉਹ ਤਾਂ ਕੋਈ ਗੱਲ ਨਹੀਂ ਪਰ anyways training is must ਇਦਾਂ ਨਹੀਂ ਕਿ ਆਪਾਂ ਗੂਗਲ ਤੇ ਸਰਚ ਕਰਕੇ ਪੜ੍ਹ ਲਈਏ ਆ ਸੇਫਟੀ ਟਿਪਸ ਆ ਗਏ ਚਲੋ ਰਿਟਨ ਟੈਸਟ ਕਲੀਅਰ ਕਰ ਲਿਆ ਪਰ ਫਿਰ ਅਸੀਂ ਟ੍ਰੇਨਿੰਗ ਲੈ ਕੇ ਤਾਂ ਚੰਗਾ ਜੀ ਹਾਥੀ ਕੇ ਦਾਂਤ ਦਿਖਾਣੇ ਕੇ ਔਰ ਖਾਣੇ ਕੇ ਔਰ ਇਹ ਚੀਜ਼ ਹੈ ਜਦੋਂ ਤੁਸੀਂ ਰੋਡ ਦੇ ਉੱਤੇ ਬਾਈਕ ਦੇ ਉੱਤੇ ਹੋਣਾ ਜੀ ਉਹ ਤੁਹਾਨੂੰ ਪਤਾ ਤੇ ਤੁਹਾਡੇ ਪਰਮਾਤਮਾ ਨੂੰ ਪਤਾ ਕਿ ਤੁਹਾਡਾ ਕੀ ਕਨੈਕਸ਼ਨ ਹੈ ਇਸ ਟਾਈਮ ਦੇ ਨਾਲ ਇਟਸ ਕੁਆਇਟ ਸਕੇਰੀ ਐਂਡ ਅਦਰਵਾਈਜ਼ ਯੂ ਆਰ ਸੇਫ ਹੈਂਡਸ ਇਫ ਸਮਬਡੀ ਇਜ਼ ਅਰਾਊਂਡ ਯੂ ਤਾਂ ਇਹ ਗਰੁੱਪ ਦੇ ਵਿੱਚ ਲੋਕੀ ਜ਼ਿਆਦਾ ਪ੍ਰੈਫਰ ਕਰਦੇ ਆ ਬਿਕੋਜ਼ ਯੂ ਫੀਲ ਐਵਰੀਬਡੀ ਇਜ਼ ਫੋਲੋਇੰਗ ਰੂਲ ਉਹਦੇ ਨਾਲ ਇਹ ਹੈ ਕਿ ਤੁਹਾਡਾ ਪ੍ਰੋਟੈਕਸ਼ਨ ਜ਼ਿਆਦਾ ਵੱਧ ਜਾਂਦੀ ਹੈ ਤੁਸੀਂ ਇਕੱਲੇ ਰਾਈਡਰ ਦੇ ਨਾਲੋਂ ਤਾਂ ਜਦੋਂ ਤੁਹਾਡੇ ਕੋਲ ਕੋਈ ਟਰੱਕ ਵਗੈਰਾ ਪਾਸ ਕਰਦਾ ਯੂ ਜਸਟ ਬੇਅਰਲੀ ਸ਼ੇਕ ਤੇ ਇਹਦੇ ਨਾਲ ਇਹ ਹੈ ਕਿ ਟਰੱਕ ਦਾ ਲੈਂਥ ਵੀ ਇੰਨੀ ਹੁੰਦੀ ਹੈ ਤੁਸੀਂ ਇਹ ਸੋਚਦੇ ਹੋ ਕਿ ਕਦੋਂ ਤੱਕ ਨਿਕਲੂਗਾ ਕਦੋਂ ਤੱਕ ਪਾਸ ਹੋਣਾ ਹੈ ਸੋ ਸੇਫਟੀ ਇਜ਼ ਮਸਟ ਸੇਫਟੀ prime importance ਸਟਾਪਿੰਗ ਦਾ ਕਹਿਣਾ ਥੋੜਾ ਭੁੱਲ ਗਈ ਵੀ ਸਟਾਪਿੰਗ ਜਿਹੜੀ ਹੈ ਬਾਈਕਰਸ ਨੂੰ ਦੇ ਸ਼ੁੱਡ ਮੇਕ ਸ਼ੋਰ ਕਿ ਦੇ ਹੈਵ ਇਨਫ ਡਿਸਟੈਂਸ ਸਮ ਟਾਈਮ ਦੇ ਉਹਨਾਂ ਨੂੰ ਲੱਗਦਾ ਹੈ ਕਿਹੜਾ ਕਾਰ ਹੈਗੀ ਆ ਮੈਂ ਤਾਂ ਨਾਲ ਹੀ ਜਾ ਕੇ ਖੜ ਜਾਣਾ ਸੋ
same thing, they should keep a proper distance while stopping as well. They don't make like sudden stops, like, you know, some people just, you know, they keep on braking just, you know, so some kind of a thrill they're enjoying. So make sure you don't do these things on the road. You make a proper stop in your stop. ਤੇ ਇੱਕ ਚੀਜ਼ ਮੈਂ ਐਡ ਕਰਨਾ ਚਾਹੂੰਗੀ ਭੈਣ ਜੀ, ਇੱਥੇ ਵੀ ਕਦੇ ਵੀ ਜਦੋਂ ਆਪਣਾ ਬਾਈਕ ਤੁਸੀਂ ਆਪ ਚਲਾਉਂਦੇ ਹੋ ਨਾ, ਉਹਦਾ ਤੁਹਾਨੂੰ ਬੈਲੈਂਸ, ਉਹਦੀ ਸਟੇਬਿਲਿਟੀ, ਉਹਦੀ ਹਾਈਟ, ਉਹਦਾ ਸਭ ਕੁਝ ਪਤਾ ਹੁੰਦਾ। ਕਦੇ ਬਾਈਕ ਸ਼ੇਅਰ ਨਾ ਕਰੋ, ਦੈਟਸ ਲਿਟਲ ਡਿਫਰੈਂਟ। ਆਪਾਂ ਕਹਿ ਦਿੰਦੇ ਹਾਂ ਕਿ ਠੀਕ ਹੈ, ਇਟਸ ਜਸਟ ਅ ਬਾਈਕ, ਬਟ ਇਟਸ ਨਾਟ ਅ ਬਾਈਕ। ਇਹ ਤੁਹਾਡਾ ਇਹ ਲਾ ਲਓ ਕਿ ਇੱਕ ਤਰ੍ਹਾਂ ਦੀ ਤੁਸੀਂ ਉਹ ਛੁਰੀ ਦੇ ਉੱਤੇ ਬੈਠੇ ਹੋ ਜਿਹਦੀ ਤੁਹਾਨੂੰ ਧਾਰ ਦਾ ਨਹੀਂ ਪਤਾ, ਉਹਦੇ ਤੁਹਾਨੂੰ ਇਹ ਨਹੀਂ ਪਤਾ ਕਿ ਇਹਦੀ ਬ੍ਰੇਕ ਤਾਂ ਕਿੰਨਾ ਟਾਈਟ ਹੈ ਜਾਂ ਕਿੱਦਾਂ ਲੂਜ਼ ਹੈ, ਜਾਂ ਇਹਦੀ ਪਿਕਿੰਗ ਕਿੰਨੀ ਫਾਸਟ ਹੈ। ਇਹ ਤੁਹਾਨੂੰ ਆਪਣੀ ਬਾਈਕ ਦੇ ਨਾਲ ਹੀ ਤੁਹਾਡਾ ਆਪਣਾ ਐਕਸਪੀਰੀਅੰਸ ਰਹਿੰਦਾ, ਤੁਹਾਨੂੰ ਪਤਾ ਹੁੰਦਾ ਕਿ ਮੈਂ ਇਹਦੀ ਕਿੰਨੀ ਪਾਵਰ ਦੇ ਨਾਲ ਚੱਲ ਸਕਦੀ ਹਾਂ। ਦੈਟਸ ਟਰੂ, ਬਿਲਕੁਲ ਸਹੀ ਹੈ। ਆਪਣੀ ਬਾਈਕ ਦੇ ਬਾਰੇ ਪਤਾ ਹੁੰਦਾ ਆ, ਆਪਣੀ ਬਾਈਕ ਬਾਰੇ ਜ਼ਿਆਦਾ ਉਹਦੇ ਮੈਕੈਨਿਕਸ ਦੇ ਬਾਰੇ ਪਤਾ ਹੁੰਦਾ ਆ। ਸੋ ਬਸ ਫਿਰ ਲਿਸ਼ਕਾ ਲਓ ਆਪਣੇ ਮੋਟਰ ਬਾਈਕਸ, ਜਿੱਦਾਂ ਰੂਬੀ ਤੇ ਪਰਮਿੰਦਰ ਨੇ ਲਿਸ਼ਕਾਲੇ ਹੋਏ ਆ। Just be safe out there. Thank you so much for listening to the show, ਔਰ thank you to my guests ਪਰਮਿੰਦਰ and ਰੂਬੀ, ਬਹੁਤ ਸ਼ੁਕਰੀਆ। ਤੇ ਹੁਣ ਮੈਨੂੰ ਕਿਸੇ ਦਿਨ ਨਾ ਟਾਈਮ ਕੱਢ ਕੇ ਹੂਟਾ ਵੀ ਦਵਾ ਦਿਓ। ਮੈਂ ਇੱਕ ਚੀਜ਼ ਜ਼ਰੂਰ ਗੁਰਪ੍ਰੀਤ ਐਡ ਕਰਨਾ ਚਾਹੂੰਗੀ ਲਾਸਟ ਦੇ ਵਿੱਚ, ਸਾਰੇ ਹਸਬੈਂਡਸ ਨੂੰ, ਸਾਰੇ ਭੈਣ ਭਰਾਵਾਂ ਨੂੰ, ਇਹ ਬੀ ਸਪੋਰਟਿਵ ਟੂ ਈਚ ਅਦਰ। ਮੈਨੂੰ ਲੱਗਦਾ ਕਿ ਮੈਂ ਅੱਜ ਇਹ ਨਹੀਂ ਸੀ ਚਲਾ ਸਕਦੀ ਜੇ ਮੇਰੇ ਹਸਬੈਂਡ ਨੇ ਮੈਨੂੰ ਕਰੇਜ ਨਾ ਕਰਦੇ ਵੀ ਹਾਂ ਤੂੰ ਕਰ ਸਕਦੀ ਹਾਂ, ਤੂੰ ਕਰੇਂਗੀ। ਵੈਰੀ ਨਾਈਸ। ਬੀ ਸਪੋਰਟਿਵ, ਬਾਵਾਂ ਇੱਕ ਦੂਜੇ ਦਾ ਨਾ ਖਿੱਚੋ, ਈਵਨ ਕਿ ਲੱਤਾਂ ਵੀ ਨਾ ਖਿੱਚੋ। ਇਹ ਹੈ ਕਿ ਠੀਕ ਹੈ, ਇੱਕ ਸਪੋਰਟ ਹੋਣੀ ਬਹੁਤ ਵੱਡੀ ਚੀਜ਼ ਹੈ। ਸੋਹਣੀ ਗੱਲ ਹੈ। ਹਾਂਜੀ, ਸਪੋਰਟ ਬਹੁਤ ਵੱਡੀ ਚੀਜ਼ ਹੈ ਇਸ ਚੀਜ਼ 'ਚ, ਜਿਹੜੇ ਕਿ ਮੈਨੂੰ ਮੇਰੇ ਹਸਬੈਂਡ ਨੇ ਦਿੱਤੀ। ਥੈਂਕ ਯੂ ਵੈਰੀ ਮਚ ਤੇਜਿੰਦਰ। ਤੇ ਬਾਕੀ ਤੁਸੀਂ ਆਪਾਂ ਕੈਰੀ ਔਨ ਕਰਦੇ ਹਾਂ, ਹਰ ਇੱਕ ਜਾਣਾ ਸਪੋਰਟ ਕਰੇ ਇੱਕ ਦੂਜੇ ਨੂੰ। Thank you so much for having us here. It's a pleasure. It's a feel very proud moment to Red FM ਨੇ ਸਾਨੂੰ। Thank you ਜੀ, ਸਾਡੇ ਗਰੁੱਪ ਵਾਲਿਆਂ ਨੂੰ ਵੀ ਥੈਂਕ ਯੂ ਜੀ, ਸਾਰੇ ਸੁੰਦਰ ਜੀ ਸਾਨੂੰ ਪ੍ਰੈਜ਼ੈਂਟ ਕਰਨ ਲਈ ਭੇਜਿਆ। And then thought of yours that having the females on the show was extremely thoughtful. Thank you for having us. Thank you very much.